ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਜਿਹੜਾ ਵਿਸ਼ਾ ਅਸੀਂ ਹੁਣ ਡਿਸਕਸ ਕਰਨਾ ਆ ਉਹ ਵਿਸ਼ਾ ਤੁਹਾਡੇ ਨਾਲ ਸੰਬੰਧਿਤ ਆ, ਮੇਰੇ ਨਾਲ ਸੰਬੰਧਿਤ ਆ ਔਰ ਮੇਰੇ ਨਾਲ ਜਿਹੜੇ ਗੈਸਟ ਬੈਠੇ ਨੇ ਇਹਨਾਂ ਨਾਲ ਸੰਬੰਧਿਤ ਆ। ਮੇਰੇ ਕਹਿਣ ਤੋਂ ਭਾਵ ਕਿ ਹਰ ਇੱਕ ਭਾਰਤੀ ਦੇ ਨਾਲ ਉਹ ਵਿਸ਼ਾ ਸੰਬੰਧਿਤ ਆ, ਚਾਹੇ ਕੋਈ ਸਿਵਲ ਪ੍ਰਸ਼ਾਸਨ ਦੇ ਵਿੱਚ ਆ, ਚਾਹੇ ਕੋਈ ਪੁਲਿਸ ਦੇ ਵਿੱਚ ਆ, ਚਾਹੇ ਕੋਈ ਆਮ ਸਿਵੀਲੀਅਨ ਆ, ਚਾਹੇ ਕੋਈ ਰਾਜਨੇਤਾ ਆ। ਹਰ ਇੱਕ ਨਾਲ ਉਹ ਘਟਨਾ ਵਾਪਰ ਸਕਦੀ ਆ। ਉਹ ਘਟਨਾ ਕੀ ਆ, ਉਹ ਗੱਲਬਾਤ ਕੀ ਆ, ਉਹ ਹੈਗਾ ਝੂਠੀਆਂ FIRਾਂ ਜਿਹੜੀਆਂ ਹੋ ਜਾਂਦੀਆਂ ਨੇ। FIR ਦਾ ਚਲੋ ਹੋ ਜਾਂਦੀ ਆ, ਬੰਦਾ ਜਦੋਜਹਿਦ ਕਰਕੇ ਆਪਣਾ ਕਰਜ਼ੇ ਚੱਕ ਕੇ ਜਗਾੜਬਾਜ਼ੀਆਂ ਕਰਕੇ ਕਾਨੂੰਨ ਦੀ ਲੜਾਈ ਲੜ ਕੇ ਬਰੀ ਵੀ ਹੋ ਜਾਂਦਾ ਆ। ਉਹ ਜਦੋਂ ਬਰੀ ਹੋ ਜਾਂਦਾ, ਕਲੀਅਰ ਹੋ ਜਾਂਦਾ ਹੈ ਕਿ ਬੰਦਾ ਬਾਇਜ਼ਤ ਬਰੀ ਹੈ, ਇਹਦੇ ਖਿਲਾਫ ਕੋਈ ਦੋਸ਼ ਨਹੀਂ ਹੈਗਾ, ਤਾਂ ਜਿਹੜੇ ਬੰਦਿਆਂ ਨੇ FIR ਕੀਤੀ ਹੁੰਦੀ ਹੈ ਜਾਂ ਜਿਨ੍ਹਾਂ ਨੇ ਕਰਵਾਈ ਹੁੰਦੀ ਹੈ, ਕਈ ਵਾਰੀ ਉਹ FIR ਦਰਜ ਕਰਵਾਉਣ ਵਾਲੇ ਜਾਂ ਕਰਨ ਵਾਲੇ ਬੜੇ ਪਾਵਰਫੁਲ ਹੁੰਦੇ ਆ। ਤਾਂ ਜਿਹੜਾ ਮਾਤੜ ਬੰਦਾ ਹੁੰਦਾ ਆ, ਆਮ ਬੰਦਾ ਹੁੰਦਾ, ਉਹ ਤਾਂ ਇੰਨਾ ਕਿ ਖੁਸ਼ੀ ਮਨਾ ਲੈਂਦਾ ਕਿ ਮੈਂ ਘੱਟੋ ਘੱਟ ਜਿਹੜਾ ਮੇਰੇ ਤੇ ਕਲੰਕ ਲੱਗਿਆ ਸੀ, ਮੇਰੇ ਤੇ ਝੂਠੀ FIR ਕੀਤੀ ਗਈ ਸੀ, ਮੈਂ ਸਜ਼ਾ ਤੋਂ ਬਚ ਗਿਆ, ਜਾਂ ਕੁਛ ਸਮਾਂ ਸਜ਼ਾ ਵੀ ਕੱਟ ਕੇ ਬੰਦਾ ਆ ਜਾਂਦਾ ਕਈ ਕੇਸਾਂ ਦੇ ਵਿੱਚ, ਪਰ ਫਿਰ ਵੀ ਬਰੀ ਹੋ ਜਾਂਦਾ ਹੈ। ਤਾਂ ਬੰਦਾ ਉਦੋਂ ਉਹੀ ਖੁਸ਼ੀ ਮਨਾਉਂਦਾ ਹੈ, ਪਰ ਉਹ ਖੁਸ਼ੀ ਦੇ ਅੱਗੇ ਇੱਕ ਪੜਾਅ ਹੁੰਦਾ ਹੈ 182 ਦੀ ਕਾਰਵਾਈ ਦਾ। ਉਹ 182 ਦੀ ਕਾਰਵਾਈ ਕੀ ਹੈ ਕਿ ਜਿਸ ਪ੍ਰੋਸੀਜਰ ਦੇ ਵਿੱਚ ਤੁਹਾਡੇ ਖਿਲਾਫ ਝੂਠੀ FIR ਕੀਤੀ ਗਈ, ਕੇਸ ਦਰਜ ਕੀਤਾ ਗਿਆ, ਤੁਸੀਂ ਉਸ ਪ੍ਰਤੀ ਇਨਸਾਫ ਲੈਣ ਲਈ ਵੀ ਗੱਲ ਕਰ ਸਕਦੇ ਹੋ। ਪਰ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਬੰਦਾ ਪਾਵਰਫੁਲ ਹੈ, ਕਿਸੇ ਮੰਨ ਲਓ SHO ਨੇ ਜਾਂ ਕਿਸੇ ਚੰਗੇ ਪੋਲੀਟੀਕਲ ਬੰਦੇ ਨੇ ਜਾਂ ਕਿਸੇ ਸਿਵਲ ਅਧਿਕਾਰੀ ਨੇ FIR ਦਰਜ ਕਰਵਾਤੀ ਕਿਸੇ ਰੰਜਿਸ਼ ਕਰਕੇ, ਤਾਂ ਇੱਕ ਮਾਤੜ ਬੰਦਾ ਕੀ ਕਿਸੇ ਅਫਸਰ ਦੇ ਖਿਲਾਫ 182 ਦੀ ਕਾਰਵਾਈ ਕਰਵਾ ਸਕਦਾ ਹੈ? ਕਿ ਉਸ ਝੂਠੀ FIR ਦਰਜ ਕਰਨ ਵਾਲੇ ਨੂੰ ਸਲਾਖਾਂ ਦੇ ਪਿੱਛੇ ਜਾਂ ਕਾਨੂੰਨ ਦੇ ਘੇਰੇ ਦੇ ਵਿੱਚ ਲਿਜਾਣ ਦੀ ਹਿੰਮਤ ਕਰ ਸਕਦਾ ਹੈ? ਇਹ ਬੜਾ ਵੱਡਾ ਸਵਾਲ ਹੈ। ਸੋ ਇਹ ਸਵਾਲ ਦੇ ਜਵਾਬ ਲੈਣ ਲਈ ਸਾਡੇ ਨਾਲ ਨੇ ਸਾਬਕਾ ਤਹਿਸੀਲਦਾਰ ਸਰਦਾਰ ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ ਜੀ, ਤੁਹਾਡਾ ਪ੍ਰਸ਼ਾਸਨ ਦੇ ਕੰਮਾਂ ਨਾਲ ਬੜਾ, ਸਿਵਲ ਪ੍ਰਸ਼ਾਸਨ ਦੇ ਕੰਮਾਂ ਨਾਲ, ਜ਼ਮੀਨ ਜਾਇਦਾਦਾਂ ਦੇ ਕੰਮਾਂ ਨਾਲ ਬੜਾ ਲੰਬਾ ਵਾਹ ਰਿਹਾ ਹੋਏਗਾ। ਤਾਂ ਜਿਹੜਾ ਮੈਂ ਵਿਸ਼ਾ ਛੇੜਿਆ 182 ਦੀ ਕਾਰਵਾਈ ਦਾ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ 182 ਹੈ ਕੀ ਚੀਜ਼ ਆ? ਤਫਸੀਲ ਨਾਲ ਦੱਸਿਓ ਵੀ, ਥੋੜਾ ਡਿਟੇਲ ਨਾਲ, ਕਿਉਂਕਿ ਬਹੁਤ ਸਾਰੇ ਦਰਸ਼ਕ ਇਹੋ ਜਿਹੇ ਵੀ ਨੇ ਜਿਹੜੇ ਟੈਕਨੀਕਲ ਭਾਸ਼ਾ ਨਹੀਂ ਸਮਝਦੇ, ਆਮ ਸਧਾਰਨ ਨੇ, ਪੇਂਡੂ ਨੇ ਬੰਦੇ, ਤਾਂ ਉਹਨਾਂ ਨੂੰ ਦੇਸੀ ਭਾਸ਼ਾ ਦੇ ਵਿੱਚ ਪਹਿਲਾਂ ਤਾਂ 182 ਬਾਰੇ ਜਾਣਕਾਰੀ ਦਿਓ ਤਫਸੀਲ ਦੇ ਨਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਜਸਪਾਲ ਜੀ। ਜੀ ਜੀ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਇਹ ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛਿਆ ਵੀ 182 ਦਾ ਜੋ ਸੂਟੇਬਲ ਤੁਹਾਡਾ ਆਨਸਰ ਬਣਦਾ ਗੱਲ ਦਾ ਜੀ, ਉਹਦੀ ਥੋੜੀ ਬੈਕਗਰਾਉਂਡ ਜਾਣਾ ਪਊਗਾ। ਜੀ ਜੀ ਬਿਲਕੁਲ, ਮੈਂ ਗੱਲ ਕੀਤੀ ਸੀ। ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸੁਣਾਉਣੀ ਚਾਹੁੰਦਾ ਹਾਂ, ਗੱਲ ਸਮਝਾਉਣੀ ਚਾਹੁੰਦਾ ਹਾਂ ਜੀ, ਕਿ ਮੰਨ ਲਓ ਵੀ ਆਪਾਂ ਬੈਠੇ ਗੱਲਬਾਤ ਕਰ ਰਹੇ ਹਾਂ, ਠੀਕ ਹੈ ਜੀ, ਤੇ ਮੈਨੂੰ ਕੋਈ ਫੋਨ ਆਉਂਦਾ ਜੀ, ਮੈਂ ਫੋਨ ਸੁਣਦਾ ਤੇ ਤੁਸੀਂ ਮੇਰੇ ਫੋਨ ਦੀ ਇੰਤਜ਼ਾਰ ਕਰਦੇ ਹੋ ਕਿ ਇਹ ਫੋਨ ਰੱਖਣ ਦਾ, ਹਾਂ, ਇਹ ਕਦੋਂ ਵਿਹਲੇ ਹੁੰਦੇ ਆ ਤੇ ਅਸੀਂ ਗੱਲ ਦੁਬਾਰਾ ਸ਼ੁਰੂ ਕਰੀਏ ਜੀ। ਜਦੋਂ ਮੈਂ ਫੋਨ ਕਰਦਾ ਤੇ ਤੁਸੀਂ ਗੱਲ ਮੇਰੀ ਸੁਣਦੇ ਵੀ ਹੋ ਤੇ ਵਾਚ ਵੀ ਕਰਦੇ ਹੋ ਤੇ ਮੇਰੇ ਫੇਸ ਐਕਸਪ੍ਰੈਸ਼ਨ ਵੀ ਨੋਟ ਕਰਦੇ ਹੋ ਕਿ ਵੀ ਮੇਰੇ ਫੇਸ ਐਕਸਪ੍ਰੈਸ਼ਨ ਚੇਂਜ ਹੁੰਦੇ ਜਾ ਰਹੇ ਆ ਤੇ ਗੱਲ ਸੀਰੀਅਸ ਹੁੰਦੀ ਜਾ ਰਹੀ ਹੈ। ਮੈਂ ਫੋਨ ਕਰਦਾ ਤੇ ਤੁਹਾਨੂੰ ਜਦ ਹੀ ਕਹਿਣਾ ਵੀ ਚੰਗਾ ਜਸਪਾਲ ਜੀ, ਮੈਨੂੰ ਤਾਂ ਕੋਈ ਜ਼ਰੂਰੀ ਕੰਮ ਹੋ ਗਿਆ ਤੇ ਮੈਂ ਜਾਣਾ ਹੈ ਜੀ, ਮੈਂ ਤੁਹਾਨੂੰ ਕਾਰਨ ਨਹੀਂ ਦੱਸਦਾ ਤੇ ਤੁਸੀਂ ਬੇਸ਼ੱਕ ਪੁੱਛਦੇ ਵੀ ਹੋ ਮੈਨੂੰ, ਪਰ ਮੈਂ ਤੁਹਾਨੂੰ ਕਾਰਨ ਨਹੀਂ ਦੱਸਦਾ। ਜੀ ਜੀ ਜੀ, ਕਾਰਨ ਕੀ ਸੀ ਕਿ ਮੈਨੂੰ ਮੇਰੇ ਇਨਫੋਰਮੇਸ਼ਨ ਆ ਗਈ ਸੀ ਕਿ ਤੇਰੇ ਖਿਲਾਫ ਪਰਚਾ ਹੋ ਗਿਆ ਜੀ। ਹੁਣ ਜੇ ਮੈਂ ਪਰਚਾ ਹੋਣ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਕਰੂੰਗਾ ਜਾਂ ਡਿਸਕਸ਼ਨਾਂ 'ਚ ਪਾਊਂਗਾ, ਤੁਸੀਂ ਮੈਨੂੰ 100 ਉਪਾਏ ਦੱਸੋਗੇ, 100 ਮੇਰੇ ਨਾਲ ਹਮਦਰਦੀ ਸ਼ੋਅ ਕਰੋਗੇ ਕਿ ਤਗੜਮਬਾਜ਼ੀ ਲਾਓਗੇ। ਵੇਸਟ ਆਫ ਟਾਈਮ ਕਹਿ ਲਓ, ਬਸ ਵੇਸਟ ਆਫ ਟਾਈਮ ਹੈ ਜੀ। ਮੁੱਖ ਦੀ ਗੱਲ ਇਹ ਵੀ ਹੋ ਸਕਦਾ ਤੁਹਾਡੇ ਮਨ 'ਚ ਇਹ ਇੰਪ੍ਰੈਸ਼ਨ ਵੀ ਜਾ ਸਕਦਾ ਮੈਂ ਜ਼ਰੂਰ ਕੋਈ ਨਾ ਕੋਈ ਕੰਮ ਕੀਤਾ ਹੋਊ, ਮਾੜਾ ਕੀਤਾ ਹੋਊਗਾ, ਤਾਂ ਹੀ ਮੇਰੇ ਖਿਲਾਫ ਪਰਚਾ ਹੋਇਆ। ਮੈਂ ਦੱਸਦਾ ਨਹੀਂ ਜੀ, ਮੈਂ ਤਾਂ ਉੱਥੇ ਜਾਊਂਗਾ ਜਿੱਥੇ ਮੇਰੀ ਹੁਣ ਸੇਫਟੀ ਹੈ, ਜਿੱਥੇ ਮੈਨੂੰ ਪੁਲਿਸ ਫੜ ਨਹੀਂ ਸਕਦੀ ਜੀ। ਕਿਸੇ ਮਿੱਤਰ ਬੇਲੀ ਨੂੰ, ਕਿਸੇ ਦੋਸਤ ਨੂੰ, ਕਿਸੇ ਯਾਰ ਨੂੰ, ਕਿਸੇ ਰਿਸ਼ਤੇਦਾਰ ਨੂੰ ਇਹ ਕਹਿ ਕੇ ਵੀ ਭਾਈ ਫਲਾਣੇ ਥਾਣੇ ਵਿੱਚ ਮੇਰੇ ਖਿਲਾਫ ਪਰਚਾ ਹੋ ਗਿਆ ਤੇ ਤੁਸੀਂ ਉੱਥੋਂ FIR ਦੀ ਕਾਪੀ ਲਓ ਤੇ ਜਾ ਕੇ ਵਕੀਲ ਨੂੰ ਦਿਓ ਤੇ ਵਕੀਲ ਨਾਲ ਗੱਲ ਕਰੋ, ਮੇਰੀ ਬੇਲ ਦਾ ਇੰਤਜ਼ਾਮ ਕਰੋ ਜੀ। ਉਹ ਕਰਨਗੇ।
ਅਗਲਾ ਦਿਨ ਹੋ ਸਕਦਾ ਸਾਰਾ ਦਿਨ ਹੀ ਲੱਗ ਜਾਏ ਉਹਨੂੰ ਪਰਚੀ FIR ਦੀ ਕਾਪੀ। FIR ਵੀ ਕਈ ਵਾਰੀ ਨਹੀਂ ਮਿਲਦੀ, ਦੇਰ ਲੱਗਦੀ ਹੈ ਜੀ। ਫਿਰ ਵਕੀਲ ਕੋਲ ਜਾਂਦੇ ਆ, ਵਕੀਲ ਨੂੰ ਵੀ ਪੜ੍ਹਨ ਨੂੰ ਟਾਈਮ ਲੱਗਦਾ, ਉਹ ਵੀ ਸਮਾਂ ਮੰਗਦਾ ਹੈ ਕਿ ਮੈਨੂੰ ਸਮਾਂ ਦਿਓ, ਮੈਂ ਇਹਨੂੰ ਪੜ੍ਹੂੰਗਾ, ਫਿਰ ਦਰਖਾਸਤ ਡਰਾਫਟ ਕਰੂੰਗਾ, ਫਿਰ ਜੱਜ ਕੋਲ ਲਾਵਾਂਗੇ। 2 ਜਾਂ 3 ਦਿਨ ਇਹ ਮੰਨ ਲਓ। ਹਾਂ, ਅੱਗੇ ਜੇ ਤੁਹਾਡੀ ਗੁੱਡ ਲੱਕ ਹੈ, ਛੁੱਟੀਆਂ ਨਾ ਹੋਈਆਂ, ਛੁੱਟੀਆਂ ਵੀ ਹੋ ਜਾਂਦੀਆਂ ਹਫਤੇ ਦੇ ਵਿੱਚ, 2 ਛੁੱਟੀਆਂ ਤਾਂ ਡੈਫੀਨਿਟਲੀ ਹੁੰਦੀਆਂ, ਸੈਟਰਡੇ ਸੰਡੇ, ਫਿਰ ਵੀ ਕੋਰਟਾਂ ਬੰਦ ਹੋ ਜਾਂਦੀਆਂ ਜੀ। ਹੁਣ ਜਦੋਂ ਜੱਜ ਦੇ ਸਾਹਮਣੇ ਦਰਖਾਸਤ ਤੁਹਾਡੀ ਜਾਣੀ ਹੈ ਬੇਲ ਐਪਲੀਕੇਸ਼ਨ, ਇਹ ਜੱਜ ਦੀ ਟੋਟਲ ਡਿਸਕ੍ਰਿਸ਼ਨ ਹੈ ਕਿ ਉਹ ਜੱਜ ਬੇਲ ਤੁਹਾਨੂੰ ਦੇਵੇ ਜਾਂ ਨਾ ਦੇਵੇ। ਔਰ ਪਹਿਲੇ ਦਿਨ ਸੁਣਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਜੱਜ ਕਦੋਂ ਦਾ ਟਾਈਮ ਦਿੰਦੇ ਆ, ਇਹ ਵੀ ਪੋਸੀਬਲ ਹੈ, ਇਹ ਵੀ ਪੋਸੀਬਲ ਹੈ। ਹੁਣ ਜੇ ਤਾਂ ਜੱਜ ਦੇ ਸਾਹਮਣੇ ਤੁਹਾਨੂੰ ਬੇਲ ਦੇਤੀ, ਫਿਰ ਤਾਂ ਗਰੀਮਤ ਹੈ, ਤੁਹਾਡੀ ਗੁੱਡ ਲੱਕ ਹੈ ਜੀ। ਨਹੀਂ ਤਾਂ ਫਿਰ ਤੁਹਾਨੂੰ ਸੈਸ਼ਨ ਕੋਰਟ ਵੀ ਜਾਣਾ ਪਊਗਾ ਜੀ। ਸੈਸ਼ਨ ਕੋਰਟ ਤੋਂ ਹਾਈ ਕੋਰਟ, ਹਾਈ ਕੋਰਟ ਤੋਂ ਸੁਪਰੀਮ ਕੋਰਟ ਹੈ, ਵਿਲਾਂ ਤਾਂ ਸੁਪਰੀਮ ਕੋਰਟ ਤੱਕ ਵੀ ਰਿਜੈਕਟ ਹੋਈਆਂ ਨੇ। ਬਿਲਕੁਲ ਹੁੰਦੀਆਂ ਨੇ। ਠੀਕ ਹੈ। ਹੁਣ ਝੂਠੀ FIR ਕਹਿ ਲਓ, ਸੱਚੀ FIR ਕਹਿ ਲਓ, ਜਿਹੜਾ ਇਹ ਸਿਸਟਮ ਹੈ ਇਹਦੇ ਵਿੱਚ ਤੁਸੀਂ ਘਰੋਂ ਬੇਘਰ ਹੋਏ, ਬਿਲਕੁਲ ਕਿਸੇ ਬੰਦੇ ਨੇ ਜਾ ਕੇ ਪਰੇਸ਼ਾਨ ਕੀਤਾ, 1 ਦਿਨ ਲਈ, 2 ਦਿਨ ਲਈ, 3 ਦਿਨ ਲਈ, 4 ਦਿਨ ਲਈ, ਜੀ। ਜੇ ਅਖਬਾਰ 'ਚ ਖਬਰ ਆ ਗਈ ਤੁਹਾਡੇ ਖਿਆਲ ਸੋਸ਼ਲ ਸਟਿਗਮਾ ਲੱਗ ਗਿਆ ਵੀ ਫਲਾਣੇ ਬੰਦੇ ਨੇ ਆਹ ਕ੍ਰਾਈਮ ਕਰ ਲਿਆ ਜੀ, ਚਾਹੇ ਕੀਤਾ ਨਹੀਂ ਕੀਤਾ ਉਹ ਬਾਅਦ ਦੀ ਗੱਲ ਹੈ ਜੀ। ਸੋਸ਼ਲ ਸਟਿਗਮਾ ਲੱਗ ਗਿਆ, ਖਰਚੇ ਦਾ ਘਰ ਸ਼ੁਰੂ ਹੋ ਗਿਆ, ਖਰਚਾ ਸ਼ੁਰੂ ਹੋ ਗਿਆ, ਬਿਲਕੁਲ ਮੈਂਟਲ ਟੈਨਸ਼ਨ ਹੋ ਗਈ, ਪਰਿਵਾਰ ਤੇ ਅਸਰ ਹੋ ਗਿਆ, ਰਿਸ਼ਤੇਦਾਰੀ ਵਿੱਚ ਫਰਕ ਪੈ ਗਿਆ, ਕਿੰਨੀਆਂ ਗੱਲਾਂ ਵਾਪਰ ਗਈਆਂ ਜੀ। ਹੁਣ ਮੰਨ ਲਓ ਤੁਹਾਡੀ ਬੇਲ ਹੋ ਗਈ, ਤਦ ਵੀ ਨਹੀਂ ਹੋ ਗਈ, ਤਦ ਵੀ ਤੁਹਾਨੂੰ ਪੁਲਿਸ ਕਸਟਡੀ ਜਾਣਾ ਪੈਣਾ। ਜੇ ਨਹੀਂ ਬੇਲ ਹੋਈ ਤਾਂ ਫਿਰ ਤਾਂ ਡੈਫੀਨਿਟਲੀ ਜਾਣਾ ਹੀ ਪੈਣਾ। 164 ਦੇ ਤੁਹਾਡੇ ਬਿਆਨ ਨੋਟ ਕੀਤੇ ਜਾਣਗੇ ਜੀ। ਆ 164 ਦੇ ਬਿਆਨ ਤੁਹਾਡੀ ਟੋਟਲ ਕਨਫੈਸ਼ਨ ਹੈ, ਤੁਹਾਡੇ ਦਸਤਖਤ ਦੀ ਉੱਤੇ ਕੋਈ ਲੋੜ ਨਹੀਂ। ਜੋ ਮੈਂ ਇਹ ਗੱਲ ਨਹੀਂ ਸਮਝਿਆ, ਟੋਟਲ ਕਨਫੈਸ਼ਨ ਕਿਵੇਂ? ਪੁਲਿਸ ਲਿਖੂਗੀ ਕਿ ਜੋ FIR ਅਸੀਂ ਇਹਦੇ ਕੀਤੀ ਹੈ ਉਹ ਇਹਨੇ ਇਕਬਾਲ ਕਰ ਲਿਆ ਕਿ ਉਹ ਇਹਨੇ ਕੀਤਾ। ਬਿਆਨ ਲੈਣਾ ਜਾਂ ਉੱਥੇ ਕੋਈ ਮੈਟਰ ਨਹੀਂ ਕਰਦਾ, ਕੋਈ ਮਤਲਬ ਨਹੀਂ, ਸਿਰਫ ਤੁਹਾਨੂੰ ਉਹਨਾਂ ਨੇ ਪ੍ਰੋਡਿਊਸ ਕਰਨਾ ਹੈ ਮੈਜਿਸਟਰੇਟ ਦੇ ਸਾਹਮਣੇ ਜੀ ਵੀ ਅਸੀਂ ਇਸ ਬੰਦੇ ਨੂੰ ਅਰੈਸਟ ਕਰ ਲਿਆ ਤੇ ਅਸੀਂ ਇਹਦੀ ਪੁੱਛਗਿੱਛ ਕਰਨੀ ਹੈ। ਜੋ ਉਹ ਹੋ ਸਕਦਾ ਤੁਹਾਡਾ ਪੁਲਿਸ ਰਿਮਾਂਡ ਦੇ ਦੇਣ ਜੀ, ਜੁਡੀਸ਼ੀਅਲ ਕਸਟਡੀ ਭੇਜ ਦੇਣਗੇ ਜੀ। ਯਾਨੀ ਕਿ ਹੁਣ ਜਦੋਂ ਉਹਨਾਂ ਨੇ ਚਲਾਨ ਬਣਨ ਤੋਂ ਪਹਿਲਾਂ ਇਹ ਕੰਮ ਕਰ ਲੈਣਾ ਹੈ, 164 ਦੇ ਬਿਆਨ ਲਿਖ ਕੇ ਕਾਰਵਾਈ ਪੂਰੀ ਕਰਕੇ ਤੇ ਉਹ ਤੁਹਾਨੂੰ ਕ੍ਰਿਮੀਨਲ ਸਾਬਤ ਕਰ ਦੇਣਾ ਵੀ ਜੋ ਅਸੀਂ FIR ਕੀਤੀ ਸੀ ਉਹ ਇਹਨਾਂ ਨੇ ਇਕਬਾਲ ਵੀ ਕਰ ਲਿਆ, ਐਕਸੈਪਟ ਵੀ ਕਰ ਲਿਆ ਪੁਲਿਸ ਦੀਆਂ ਨਜ਼ਰਾਂ 'ਚ ਜੀ। ਠੀਕ ਹੈ। ਹੁਣ ਚਲਾਨ ਪੇਸ਼ ਹੋਊਗਾ, ਚਲਾਨ ਮਤਲਬ ਕਿ 90 ਦਿਨ ਦਾ ਟਾਈਮ ਹੈਗਾ, ਪਹਿਲਾਂ ਵੀ ਹੋ ਸਕਦਾ, ਬਾਅਦ 'ਚ ਹੋ ਸਕਦਾ, ਬਹੁਤ ਟਾਈਮ ਵੀ ਲੱਗੇ, 5 ਸਾਲ ਵੀ ਲੱਗ ਜਾਂਦੇ ਆ ਜੀ। ਸਰਸੇ ਵਾਲੇ ਦੇ ਕੇਸ 'ਚ ਅਕਾਲੀਆਂ ਨੇ ਚਲਾਨ ਹੀ ਨਹੀਂ ਪੇਸ਼ ਕੀਤਾ, ਹੋ ਸਕਦਾ ਹੈ ਇਸੇ ਪੋਸੀਬਲ ਹੋਵੇ। ਮਤਲਬ ਕੇਸ ਨੇ ਕੋਈ ਅੰਤ ਨਹੀਂ ਇਸ ਗੱਲ ਦਾ, ਮਤਲਬ ਕਿ ਕੋਈ ਲਿਮਿਟੇਸ਼ਨ ਨਹੀਂ ਹੈ, ਮਤਲਬ ਕਿ ਡਿਸਕਸ਼ਨ ਦੀ ਲਿਮਿਟੇਸ਼ਨ ਨਹੀਂ ਹੈ ਕੋਈ ਇੱਥੇ ਵੀ ਅਸੀਂ ਕੀ ਕਹਿ ਸਕਦੇ। ਹੁਣ ਹੁੰਦਾ ਤਾਂ ਨਹੀਂ ਵੀ ਜਦ ਤੁਹਾਨੂੰ ਪਹਿਲੀ ਹੀ ਪੇਸ਼ੀ ਤੇ ਬਰੀ ਕਰਦੇ, ਬਿਲਕੁਲ ਕਦੇ ਹੋਇਆ ਨਹੀਂ, ਦੂਜੀ ਤੇ, ਤੀਜੀ ਤੇ, ਚੌਥੀ ਤੇ, ਚਲੋ ਜਦੋਂ ਵੀ ਹੈ ਮਹੀਨੇ, ਸਾਲ, 2 ਸਾਲ ਵੀ ਲੱਗ ਸਕਦੇ ਆ। ਤੁਹਾਨੂੰ ਡਿਸਚਾਰਜ ਦੇ ਵੀ ਆਪਾਂ ਉਹ ਬੰਦੇ 'ਚ ਨਹੀਂ ਰੱਖ ਸਕਦੇ ਵੀ ਟਾਈਮ ਕਿੰਨਾ ਲੱਗੇ। ਬਿਲਕੁਲ ਠੀਕ ਹੈ ਜੀ। ਤੁਹਾਨੂੰ ਡਿਸਚਾਰਜ ਕਰਤਾ, ਡਿਸਚਾਰਜ ਮਤਲਬ ਬਰੀ ਕਰਤਾ, ਮਤਲਬ ਸਾਲ, 1.5 ਸਾਲ, 2 ਸਾਲ ਖੱਜਲ ਖੁਆਰੀ ਹੋਈ, ਜੱਜ ਨੇ ਦੇਖਿਆ ਕਿ FIR ਦੇ ਵਿੱਚ ਦਮ ਨਹੀਂ ਹੈਗਾ ਤੇ ਫਲਾਣਾ ਬੰਦਾ ਇਸ ਕੇਸ 'ਚੋਂ ਬਰੀ, ਚਾਹੇ ਪਹਿਲਾਂ ਵੀ ਕਰਤੀ ਜੀ, ਝੂਠੀ ਸੀ ਤਾਂ ਹੀ ਕਰਤੀ ਜੀ ਜੀ ਜੀ। ਲੇਕਿਨ ਜੋ ਕੰਜਰਖਾਨਾ ਤੁਹਾਡੇ ਨਾਲ ਹੋ ਗਿਆ ਜੀ, ਕਿਸੇ ਨਾਲ ਵੀ ਹੋ ਗਿਆ, ਮੇਰੇ ਨਾਲ ਹੋ ਗਿਆ, ਕਿਸੇ ਨਾਲ ਵੀ ਹੋ ਗਿਆ, ਉਹਦਾ ਕੌਣ ਜ਼ਿੰਮੇਵਾਰ ਹੈ? ਜਿਹੜਾ ਸਾਲ ਭਰ ਜਿਹੜੀ ਜਿੰਨਾ ਵੀ ਟਾਈਮ ਖੱਜਲ ਖੁਆਰੀ ਹੋਈ ਆ, ਪੈਸਾ ਲੱਗਾ, ਬਦਨਾਮੀ ਹੋਈ, ਹਾਂ, ਉਹਦਾ ਕੀ ਹੋਣਾ ਚਾਹੀਦਾ ਸੀ? ਬਿਲਕੁਲ ਨਹੀਂ ਹੋਣਾ ਚਾਹੀਦਾ। ਹੁਣ ਸਵਾਲ ਇਸ ਗੱਲ ਦਾ ਵੀ ਅੱਗੇ ਤੁਹਾਡੇ ਕੋਲ ਰੈਮਡੀ 182 ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਵੀ 182 ਦੀ ਉਹ ਜਿਹੜੀ ਰੈਮਡੀ ਹੈ ਉਹ ਆਪਸ਼ਨਲ ਹੈ, ਤੁਸੀਂ ਚਾਹੋ ਤਾਂ ਉਹਨੂੰ ਵੇਲ ਕਰ ਲਓ, ਨਾ ਚਾਹੋ ਤਾਂ ਨਹੀਂ। ਇਹਨੂੰ ਵੀ ਥੋੜਾ ਦੇਸੀ ਤਰੀਕੇ ਨਾਲ ਸਮਝਾਓ। 100 ਰੈਮਡੀਜ਼ ਮਤਲਬ ਆਪਸ਼ਨਲ ਕਿਵੇਂ ਆ ਤੇ ਮੈਂਡੇਟਰੀ ਕਿਵੇਂ ਹੋਣੀ ਚਾਹੀਦੀ ਹੈ? ਆਪਸ਼ਨਲ ਤੇ ਤੁਹਾਨੂੰ ਇਤਰਾਜ਼ ਕੀ? ਮੰਨ ਲਓ ਮੈਂ ਨਹੀਂ ਕੋਈ ਗੱਲ ਕਰਨੀ ਚਾਹੁੰਦਾ ਅੱਗੇ, ਮੰਨ ਲਓ ਮੈਂ ਅਗਰੀਬਡ ਹਾਂ ਜੀ, ਮੇਰੇ ਖਿਲਾਫ ਝੂਠੀ FIR ਹੋਈ, ਹੁਣ ਇਹ ਮੇਰੀ ਮਰਜ਼ੀ ਹੈ ਕਿ ਮੈਂ ਇਹਦੇ ਖਿਲਾਫ ਉਜਰ ਕਰਾਂ ਕਿ ਵੀ ਜੀ ਮੇਰੇ ਨਾਲ ਨਜਾਇਜ਼ ਹੋਈ ਹੈ ਜੀ, ਮੈਨੂੰ ਕੰਪਨਸੇਟ ਕੀਤਾ ਜਾਵੇ, ਮੇਰੀ ਰੈਪੂਟੇਸ਼ਨ ਇੰਜਰਡ ਹੋਈ ਹੈ, ਮੇਰਾ ਵਧੀਕੀ ਹੋ ਗਈ ਜੀ, ਇਹ ਮੇਰੇ ਲਈ ਆਪਸ਼ਨਲ ਹੈ, ਕਰਾਂ ਨਾ ਕਰਾਂ। 99.9% ਕੇਸਿਸ ਦੇ ਵਿੱਚ 182 ਦੀ ਕਾਰਵਾਈ ਲੋਕ ਨਹੀਂ ਕਰਾਉਂਦੇ। ਵਜ੍ਹਾ ਇਹ ਹੈ ਕਿ IO ਦੇ ਖਿਲਾਫ ਤੁਹਾਨੂੰ ਜਾਣਾ ਪੈਂਦਾ ਹੈ, ਉਹਦੇ ਕੋਲ ਵਰਦੀ ਵੀ ਹੈ, ਉਹਦੇ ਕੋਲ ਵੈਪਨ ਵੀ ਹੈ। IO ਮਤਲਬ ਇਨਕੁਆਇਰੀ ਅਫਸਰ ਜਿਹਨੇ ਤੁਹਾਡੇ ਖਿਲਾਫ ਪਰਚਾ ਕੀਤਾ ਹੈ ਜੀ, ਉਹਦੇ ਕੋਲ ਵਰਦੀ ਵੀ ਹੈ, ਉਹਦੇ ਕੋਲ ਵੈਪਨ ਵੀ ਹੈ, ਉਹਦੇ ਕੋਲ ਪੈਸਾ ਵੀ ਹੈ, ਉਹਦੇ ਕੋਲ ਰਸੂਖ ਵੀ ਹੈ, ਹੋ ਸਕਦਾ ਉਹਨੇ ਕਦੇ ਜੱਜ ਵੀ ਅਪਲਾਈਜ਼ ਕੀਤਾ ਹੋਵੇ ਜੀ।
ਉਹਦੇ ਪਿੱਛੇ ਕੋਈ ਐਮਐਲਏ ਵੀ ਹੋ ਸਕਦਾ ਆ, ਹੋ ਸਕਦਾ ਹੈ, ਬੜੇ ਕਾਰਨ ਹੋ ਸਕਦੇ, ਲੇਕਿਨ 99% ਲੋਕਾਂ ਦੇ ਵਿੱਚ ਇਹ ਹੈ, ਲੋਕਾਂ ਨੇ F182 ਦੀ ਕਾਰਵਾਈ ਨਹੀਂ ਕਰਾਉਂਦੇ ਵੀ ਪਹਿਲਾਂ ਹੀ ਪੁਲਿਸ ਹੀ ਕਹਿੰਦੀ ਹੈ ਵੀ ਬੜੀ ਔਖੀ ਆ ਜੀ, 182 ਦੀ ਕਾਰਵਾਈ ਮਤਲਬ ਕਿ ਪੁਲਿਸ ਦੇ ਖਿਲਾਫ ਕਰਨੀ ਬੜੀ ਔਖੀ ਹੈ। ਪੁਲਿਸ ਵੀ ਹੋ ਗਈ, ਮੰਨ ਲਓ ਕਿ ਸਿਵਲ ਅਧਿਕਾਰੀ ਹੋ ਗਿਆ, ਉਹਦੇ ਖਿਲਾਫ ਵੀ ਕਰਨੀ ਬੜੀ ਔਖੀ ਹੈ, ਬੜੀ ਔਖੀ ਹੈ ਜੀ। ਸੋ ਇਹ ਜਿਹੜੀ ਕਾਰਵਾਈ ਹੈ ਨਾ, ਮੈਂ ਇਹ ਚਾਹੁੰਦਾ ਸੀਗਾ ਵੀ ਇਹ ਕਾਰਵਾਈ ਜਦੋਂ ਨਜਾਇਜ਼ ਬੰਦੇ ਨਾਲ ਹੋ ਗਈ, ਮੰਨ ਲਓ ਪੁਲਿਸ ਨੇ ਕਿਹਾ ਵੀ ਇਹਨੇ ਕ੍ਰਾਈਮ ਕੀਤਾ ਹੈ, ਕ੍ਰਾਈਮ ਤਾਂ ਕੀਤਾ ਨਹੀਂ ਸੀ, ਝੂਠੀ FIR ਕਰਦੀ, ਇਹ ਤਾਂ ਕ੍ਰਾਈਮ ਹੋ ਗਿਆ। ਪਰ ਪੁਲਿਸ ਨੇ ਕ੍ਰਾਈਮ ਕਰਤਾ, ਝੂਠਾ ਫਸਾਤਾ ਕਿਸੇ ਮੈਂ ਤਾਂ ਇਹਨੂੰ ਕ੍ਰਾਈਮ ਮੰਨਦਾ, ਮੈਂ ਤਾਂ ਇਹਨੂੰ ਕ੍ਰਾਈਮ ਮੰਨਦਾ। ਮੈਂ ਇਹ ਕਹਿੰਦਾ ਵੀ ਜਿਹੜੀ 182 ਦੀ ਕਾਰਵਾਈ ਹੈ ਇਹ ਆਪਸ਼ਨਲ ਨਹੀਂ ਹੋਣੀ ਚਾਹੀਦੀ, ਬੰਦੇ ਨਹੀਂ ਕਰਾਉਂਦੇ, ਗਵਰਨਮੈਂਟ ਕਿਉਂ ਨਹੀਂ ਕਰਾਉਂਦੀ ਬਾਈ, ਨਜਾਇਜ਼ ਹੋ ਗਈ। ਇਹ ਤੁਹਾਡਾ ਪੁਆਇੰਟ ਬੜਾ ਵਾਜਬ ਆ ਕਿ ਜੇ ਕੋਈ ਗਰੀਬ ਆ, ਮੰਨ ਲਓ ਪਹਿਲਾਂ ਹੀ ਖਰਚਾ ਲਾ ਕੇ ਹੰਭ ਗਿਆ, ਝੰਬਿਆ ਗਿਆ, ਕਰਜ਼ੇ ਚੱਕੇ ਹੋਏ ਆ, ਉਸ ਤੋਂ ਬਾਅਦ ਫਿਰ 182 ਦੀ ਕਾਰਵਾਈ ਕਰਨੀ ਆ, ਉਹਦੇ ਲਈ ਵਕੀਲਾਂ ਨੂੰ ਅਲੱਗ ਤੋਂ ਪੈਸੇ ਦੇਵੇ, ਉਹ ਵੀ ਉੱਥੇ ਪਤਾ ਨਹੀਂ ਇਨਸਾਫ ਮਿਲੇ ਜਾਂ ਨਾ ਮਿਲੇ, ਅੱਧ ਵਿਚਾਲੇ ਕੋਈ ਧਮਕੀਆਂ ਦੇ ਕੇ ਕਿਹਾ ਵੀ ਵਾਪਸ ਲੈ ਲਾ। ਜਸਪਾਲ ਜੀ, ਇਹ ਤੋਂ ਇਲਾਵਾ ਮੈਂ ਵੋਟਰ ਵੀ ਹਾਂ, ਮੈਂ ਨਾਗਰਿਕ ਵੀ ਹਾਂ, ਮੈਂ ਹਿੰਦੁਸਤਾਨ ਦਾ, ਵੀ ਮੇਰੇ ਨਾਲ ਸਰਕਾਰੀ ਨਜਾਇਜ਼ ਕਰੀ ਜਾਵੇ ਤਾਂ ਮੈਂ ਕਿੱਥੇ ਜਾਵਾਂ? ਜੀ 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 ਦੱਸੋ, ਮੈਂ ਇੰਡੀਅਨ ਹਾਂ ਤੇ ਇੰਡੀਅਨ ਕਾਨੂੰਨ ਮੇਰੇ ਨਾਲ ਨਜਾਇਜ਼ੀ ਕਰੀ ਜਾਂਦਾ ਹੈ ਤੇ ਮੈਂ ਕਿੱਥੇ ਜਾਵਾਂ? ਜੀ ਫਿਰ ਸਰਕਾਰ ਇਹ ਵੀ ਇਜਾਜ਼ਤ ਦੇ ਦੇਵੇ ਵੀ ਜਿਹੜਾ ਬੰਦਾ ਮਰਨਾ ਚਾਹੁੰਦਾ ਮਰ ਜਾਵੇ, ਸੁਸਾਈਡ ਕਰਨਾ ਚਾਹੁੰਦਾ ਫਿਰ ਕਰ ਲੈ, ਹਾਂ ਪਰਮਿਸ਼ਨ ਦੇਣ ਲਿਖਤੀ ਤੌਰ ਤੇ। ਮੈਂ ਕਹਿੰਦਾ ਮੈਂ ਤੰਗ ਹਾਂ, ਜਿਹੜਾ ਬੰਦਾ ਤੰਗ ਹੈ ਤੂੰ ਪਰਮਿਸ਼ਨ ਦੇ ਦਿਆ ਕਹਿੰਦਾ ਹਾਂ ਵੀ ਚੱਲ ਮਰ ਜਾ, ਇਹੋ ਜਿਹਾ ਕਰਦੇ ਨੇ ਕੁਛ। ਸੋ ਮੈਂ ਇੱਕ ਚਿੱਠੀ, ਮੈਂ ਤੁਹਾਨੂੰ ਟੋਕਦਾ, ਮੰਨ ਲਓ ਜੇ 182 ਦੀ ਕਾਰਵਾਈ ਮੈਂਡੇਟਰੀ ਹੋ ਜਾਂਦੀ, ਜਿੰਨੇ ਝੂਠੀ FIR ਕੀਤੀ ਆ ਤਾਂ ਉਹਦੇ ਵਾਸਤੇ ਰਿਵਰਸ ਪ੍ਰੋਸੈਸਿੰਗ ਚੱਲੇ ਵੀ ਤੁਸੀਂ FIR ਝੂਠੀ ਕਿਉਂ ਕੀਤੀ, ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਵੇ, ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ। ਬਿਲਕੁਲ। ਤਾਂ ਇਹਦਾ ਮਤਲਬ ਤੁਸੀਂ ਚਾਹੁੰਦੇ ਕਿ ਵੀ ਹੋਵੇ ਕਿਵੇਂ? ਜੇ ਬੰਦਾ ਹੀ ਨਾ ਕਰੇ, ਮੰਨ ਲਓ ਮੇਰੇ ਖਿਲਾਫ ਹੀ ਹੋਏ, ਜੇ ਮੈਂ ਹੀ ਨਾ ਕਰਾਂ ਫਿਰ ਕੌਣ ਕਰੇਗਾ? ਮੇਰੀ ਗੱਲ ਜਸਪਾਲ ਜੀ, ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੰਦਾ ਕਮਜ਼ੋਰ ਹੋਣ ਕਰਕੇ, ਪੰਗਾ ਨਾ ਲੈਣ ਕਰਕੇ, ਫਰਦਰ ਖੱਜਲ ਖੁਆਰੀ ਤੋਂ ਡਰਦਾ ਮਾਰਾ ਨਹੀਂ ਕਰਾਉਂਦਾ ਕਾਰਵਾਈ। ਪਰ ਜਾਤੀ ਤਾਂ ਹੋਈ ਨਾਲ, ਜਾਤੀ ਦੇ ਖਿਲਾਫ ਸਰਕਾਰ ਖੜੇ 182 ਦੀ ਕਾਰਵਾਈ ਸਰਕਾਰ ਕਰਾਵੇ, ਜ਼ਿੰਮੇਵਾਰੀ ਨਾਲ ਕਰੇ, ਬਿਲਕੁਲ ਕਰੇ ਜੀ, ਹੋਣੀ ਚਾਹੀਦੀ ਹੈ। ਤੇ ਹੁਣ ਇਹ ਹੈ ਵੀ ਇਹ ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਨੂੰ ਲਿਖੀ। ਇਹ ਚਿੱਠੀ ਕਦੋਂ ਦੀ ਲਿਖੀ ਤੁਸੀਂ? ਇਹ ਚਿੱਠੀ ਮੈਂ ਲਿਖੀ ਹੈ ਜੀ, ਆ ਚਿੱਠੀ ਹੈ ਜੀ, ਇਹ 26 ਮਈ ਜੀ 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 ਇਹ 26 ਮਈ 2020 ਨੂੰ ਮੈਂ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੂੰ। ਹਾਂਜੀ, ਸਾਡੇ ਵਿੱਚ ਮੈਟਰ ਕੀ ਲਿਖਿਆ ਤੁਸੀਂ ਥੋੜਾ ਜਿਹਾ ਸ਼ਬਦਾਵਲੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ। ਇਹਦੇ ਵਿੱਚ ਮੈਂ ਮੇਰਾ ਇਹੀ ਕਾਰਨ ਸੀ ਜੋ ਆਪਾਂ ਡਿਸਕਸ ਕਰ ਲਿਆ ਵੀ ਜਿਹੜੀ 182 ਦੀ ਕਾਰਵਾਈ ਹੈ ਇਹ ਗਵਰਨਮੈਂਟ ਕਰੇ। ਠੀਕ ਹੈ ਜੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਜੇ ਇਹ ਸਰਕਾਰ 182 ਦੀ ਕਾਰਵਾਈ ਕਰਨੀ ਸ਼ੁਰੂ ਕਰ ਦੇ ਤਾਂ ਮੇਰਾ ਖਿਆਲ ਹੈ ਬਹੁਤ ਸਾਰੀਆਂ ਝੂਠੀਆਂ FIR ਨੇ ਜਿਹੜੀਆਂ ਅੱਜ ਕੱਲ੍ਹ ਧੜਾ ਹੋ ਰਹੀਆਂ ਨੇ ਨਹੀਂ ਹੋਣਗੀਆਂ। ਸੱਚੀ FIR ਹੋ ਗਿਆ ਬੰਦਾ ਪਨਿਸ਼ ਹੋਊਗਾ ਜੀ, ਬੰਦਾ ਪਨਿਸ਼ ਵੀ ਹੋਊਗਾ। ਇਹ ਚਿੱਠੀ ਦੀ ਅੱਗੇ ਕਾਰਵਾਈ ਹੋਈ ਕੋਈ? ਹਾਂ, ਇਹ ਚਿੱਠੀ ਦੇ ਉੱਤੇ ਕਾਰਵਾਈ ਹੋਈ ਕਿ ਇਹ ਜਿਹੜੀ ਚਿੱਠੀ ਸੀ ਜੀ ਮੇਰੀ, ਇਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੋਮ ਅਫੇਅਰਸ ਨੇ, ਉਹਨਾਂ ਦੇ ਸੈਕਸ਼ਨ ਅਫਸਰ ਨੇਮ PM ਸੈਕੰਡ 2 ਹੈ ਜੀ, TC ਮੀਨਾ। ਇਹਨਾਂ ਨੇ ਮੇਰੀ ਇਹ ਚਿੱਠੀ 2 ਜੂਨ 2020 ਨੂੰ ਜੀ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ, ਠੀਕ ਹੈ ਜੀ, ਨੂੰ ਭੇਜ ਦਿੱਤੀ ਵੀ ਇਹ ਤੇ ਕਾਰਵਾਈ ਕਰੋ ਜਾਂ ਸੁਝਾਅ ਦਿਓ। ਨਹੀਂ, ਇਹ ਤੇ ਉਹਨਾਂ ਨੇ ਲਿਖਿਆ ਸੀਗਾ ਨੈਸੈਸਰੀ ਐਕਸ਼ਨ ਲਓ। ਓਕੇ, ਫॉर ਨੈਸੈਸਰੀ ਐਕਸ਼ਨ। ਠੀਕ ਹੈ ਇਹ ਚਿੱਠੀ ਹੈ, ਠੀਕ ਹੈ ਜੀ। ਉਹ ਜਿਹੜੀ ਉਹ ਨੈਸੈਸਰੀ ਐਕਸ਼ਨ ਤੋਂ ਬਾਅਦ ਉਹ ਚਿੱਠੀ ਫਿਰ ਕਿੱਧਰ ਗਈ, ਕੀ ਬਣਿਆ ਉਹਦਾ? ਉਹ ਚਿੱਠੀ ਦਾ ਇਹ ਬਣਿਆ ਵੀ ਉੱਥੇ ਜਿਹੜਾ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦਾ, ਇਹ 'ਚ ਨੇ ਅਸਿਸਟੈਂਟ ਡਾਇਰੈਕਟਰ ਐਸਟੈਬਲਿਸ਼ਮੈਂਟ ਮਿਸਟਰ NK ਬੈਨਰਜੀ ਜੀ, ਪੰਜਾਬ ਦੇ ਨਾ ਜੀ, ਦਿੱਲੀ। ਅੱਛਾ ਜੀ, ਗਵਰਨਮੈਂਟ ਆਫ ਮਿਨਿਸਟਰੀ ਆਫ ਹੋਮ ਅਫੇਅਰਸ। ਨਹੀਂ, ਉਹ ਚਿੱਠੀ ਤਾਂ ਉਹਨਾਂ ਨੇ ਪੰਜਾਬ ਵਾਲਿਆਂ ਨੂੰ ਭੇਜੀ ਨਾ, ਇਹ ਮਹਿਕਮਾ ਜੀ ਗਵਰਨਮੈਂਟ ਆਫ ਇੰਡੀਆ ਦਾ ਮਹਿਕਮਾ ਜੀ। ਅੱਛਾ ਅੱਛਾ, ਮੋਦੀ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਦੇ ਮਹਿਕਮੇ ਨੂੰ ਭੇਜੀ ਚਿੱਠੀ? ਹਾਂ, ਮਿਨਿਸਟਰੀ ਆਫ ਹੋਮ ਨੇ ਬਿਊਰੋ ਆਫ ਉਹਨਾਂ ਨੂੰ ਰਿਕਮੈਂਡ ਕਰਤੀ ਵੀ ਤੁਸੀਂ ਐਕਸ਼ਨ ਲਓ, ਇਹਦੇ ਤੇ ਕਾਰਵਾਈ ਕਰੋ, ਇਹਦੇ ਕਾਰਵਾਈ ਕਰੋ ਜੀ। ਉਹਨਾਂ ਨੇ PM ਸਾਹਿਬ ਨੇ ਉਹਨਾਂ ਨੂੰ ਭੇਜਤੀ ਤੇ ਇਹ ਜਿਹੜਾ ਉਹਨਾਂ ਦਾ ਮਹਿਕਮਾ ਸੀਗਾ ਜੀ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦਾ, ਆ ਮੇਰੇ ਕੋਲ ਚਿੱਠੀ ਉਹਨਾਂ ਨੇ ਭੇਜੀ ਹੈ 15 ਜੂਨ 2020 ਦੀ ਜੀ। ਇਹਦੇ ਵਿੱਚ ਇਹ ਵੀ ਦਿੱਲੀ ਦਾ ਮਹਿਕਮਾ ਆ, ਉਹੀ ਮਹਿਕਮਾ ਜੀ ਉਹਨਾਂ ਦਾ, ਸੇਮ
ਉਹੀ ਉਹਨਾਂ ਦਾ ਠੀਕ, ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦਾ। ਠੀਕ ਹੈ ਜੀ। ਉਹਨਾਂ ਦੇ ਡੀਜੀਪੀ ਦੇ ਦਫ਼ਤਰ ਦੇ ਵਿੱਚੋਂ ਮਿਸਟਰ NK ਬੈਨਰਜੀ ਨੇ, ਅਸਿਸਟੈਂਟ ਡਾਇਰੈਕਟਰ ਸਟੈਬਲਿਸ਼ਮੈਂਟ। ਠੀਕ ਹੈ ਜੀ। ਉਹਨਾਂ ਨੇ 15 ਜੂਨ 2020 ਨੂੰ ਮੈਨੂੰ ਲਿਖ ਕੇ ਭੇਜਿਆ, ਕਾਪੀ ਮੈਨੂੰ ਭੇਜੀ, ਸਾਰੇ ਸਟੇਟਾਂ ਦੇ ਡਾਇਰੈਕਟਰ ਜਨਰਲ ਜੀ, ਆਲ ਸਟੇਟਸ ਦੇ, ਹਿੰਦੁਸਤਾਨ ਦੀਆਂ ਦੇ ਤੇ ਯੂਨੀਅਨ ਟੈਰੀਟਰੀ, ਉਹਨਾਂ ਦੇ ਡਾਇਰੈਕਟਰ ਜਨਰਲ ਲਿਖ ਕੇ ਭੇਜਿਆ ਵੀ ਇਹਦੇ ਤੇ ਐਕਸ਼ਨ ਲੈ ਕੇ ਮੈਨੂੰ ਇਨਫੋਰਮ ਕਰੋ। ਇਹ ਮੈਟਰ ਸੀਰੀਅਸ ਸੀ ਤਾਂ ਹੀ ਸਾਰੀਆਂ ਸਟੇਟਾਂ ਨੂੰ ਭੇਜਿਆ ਗਿਆ ਜੀ। ਫਿਰ ਦੇਖੋ ਤਾਂ ਹੁਣ ਜਸਪਾਲ ਜੀ ਤੁਸੀਂ ਵੀ ਜਾਣਦੇ ਹੋ ਵੀ ਸੀਰੀਅਸ ਹੈ ਜਾਂ ਨਹੀਂ ਹੈ। ਨਹੀਂ, ਬੜਾ ਸੀਰੀਅਸ, ਤਾਂ ਹੀ ਇੰਨਾ ਸਾਰੀਆਂ ਸਟੇਟਾਂ ਨੂੰ ਭੇਜ ਦੇਣਾ ਡੀਜੀਪੀ ਨੂੰ ਘੱਟੋ ਘੱਟ। ਉਹਨਾਂ ਨੇ ਭੇਜਿਆ ਜੀ। ਜੀ, ਅੱਗੇ ਇਹਦਾ ਕੀ ਕਾਰਵਾਈ ਬਣੀ? ਅੱਗੇ ਕਾਰਵਾਈ ਇਹ ਹੈ ਵੀ ਉੱਤਰਾਖੰਡ ਦੇ ਡੀਜੀਪੀ ਆਫਿਸ ਤੋਂ ਮੈਨੂੰ ਇੱਕ ਫੋਨ ਆਇਆ ਸੀਗਾ ਜੀ। ਕੋਈ ਮੈਦਾਨ ਸਾਹਿਬ ਬੋਲ ਰਹੇ ਸੀਗੇ, ਉਹ ਮੈਨੂੰ ਕਹਿੰਦੇ ਸੀਗੇ, ਕਹਿੰਦੇ ਵੀ ਇਹ ਮਾਜਰਾ ਕੀ ਹੈ ਜੀ। ਤਾਂ ਮੈਂ ਇਹਨਾਂ ਨੂੰ ਦੱਸਿਆ ਸੀ ਮਾਜਰਾ ਇਹ ਹੈ। ਮੈਂ ਕਿਹਾ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਸੀਂ ਲੱਗੇ ਕੀ ਹੋ ਜੀ। ਉਹਨਾਂ ਨੇ ਕੋਈ ਛੋਟੀ ਮੋਟੀ ਪੋਸਟ ਦੱਸਿਆ ਵੀ ਮੈਂ ਕੋਈ ਹੈਗਾ, ਕੋਈ ਵੱਡਾ ਤਾਂ ਨਹੀਂ, ਅਥਾਰਟੀ ਹੋ ਸਕਦੀ ਡੀਜੀਪੀ ਆਫਿਸ ਦੀ, ਕੋਈ IPS ਅਫਸਰ ਨਹੀਂ ਸਨ ਜੀ ਜੀ ਜੀ। ਮੈਂ ਕਿਹਾ ਵੀ ਭਾਈ ਸਾਹਿਬ ਆਪਣੇ ਇੰਟਰਸਟ ਦੀ ਗੱਲ ਹੋ ਰਹੀ ਹੈ। ਆਪਣੇ ਆ ਸਾਰਿਆਂ ਦੇ? ਹਾਂ, ਸਾਰਿਆਂ ਦੇ ਇੰਟਰਸਟ ਦੀ ਗੱਲ ਹੋ ਰਹੀ ਹੈ, ਸਾਰੇ ਇੰਡੀਆ ਦੇ, ਹਿੰਦੁਸਤਾਨ ਦੇ। ਹਾਂ, ਮੇਰੇ ਉਹਨੂੰ ਆਪਣੇ ਕਹਿਣ ਤੋਂ ਭਾਵ ਸੀ ਵੀ ਮੈਂ ਉਹਨੂੰ ਭਰੋਸੇ ਲੈਣਾ ਚਾਹੁੰਦਾ ਸੀ ਵੀ ਜਿਹੇ ਜਿਹੇ ਤੁਸੀਂ ਹੋ ਹਜੇ ਮੈਂ ਆ, ਆਪਾਂ ਕਿਸੇ ਵੇਲੇ ਵਿਕਟਮ ਬਣ ਸਕਦੇ ਹਾਂ ਜੀ। ਠੀਕ ਹੈ ਵੀ ਇਹ ਜਿਹੜੀ ਕਾਰਵਾਈ ਹੈ ਨਾ ਵੀ 182 ਦੀ ਕਾਰਵਾਈ ਮੈਂ ਕਹਿੰਦਾ ਸਰਕਾਰ ਕਰੇ, ਸਾਨੂੰ ਵਿਕਟਮ ਨੂੰ ਨਾ ਕਰਨੀ ਪਵੇ। ਜਿਹਦੇ ਖਿਲਾਫ ਪਰਚਾ ਹੋ ਗਿਆ ਉਹਨੂੰ ਨਾ ਕਰਨੀ ਪਵੇ। ਉਹ ਕਰਦਾ ਹੀ ਨਹੀਂ, ਉਹ ਖੱਜਲ ਖੁਆਰੀ ਦਾ ਡਰਦਾ ਨਹੀਂ ਕਰਦਾ, ਫਿਰ ਗਾਂ ਪੰਗਾ ਪੈਂਦਾ ਉਹਦਾ ਤਾਂ ਨਹੀਂ ਕਰਦਾ ਜੀ ਜੀ। ਤੇ ਇਸ ਕਰਕੇ ਸਰਕਾਰ ਕਰੇ, ਕਿਉਂਕਿ ਹੋਈ ਤਾਂ ਨਹੀਂ ਜਾਇਜ਼ ਹੈ ਜੀ। ਜੇ ਸਰਕਾਰ ਕਾਰਵਾਈਆਂ ਕਰਨੀ ਸ਼ੁਰੂ ਕਰ ਦੇਗੀ ਤਾਂ ਕਮ ਸੇ ਕਮ ਝੂਠੀਆਂ FIR ਨਹੀਂ ਹੋਣਗੀਆਂ, ਬਿਲਕੁਲ ਬੰਦ ਹੋਣਗੀਆਂ। ਹਾਂਜੀ, ਹੁਣ ਗਾਹਾਂ ਜੀ ਇਹ ਅੱਗੇ ਕੀ ਹੋਇਆ ਜੀ, ਇਹ ਬੈਨਰਜੀ ਸਾਹਿਬ ਨੇ ਫਿਰ ਮੈਨੂੰ ਦੁਬਾਰਾ ਚਿੱਠੀ ਲਿਖੀ 15 ਜੁਲਾਈ ਨੂੰ ਜੀ। ਇਹ ਅਗਸਤ ਸ਼ੁਰੂ ਹੋ ਗਿਆ, ਪਿਛਲੇ ਮਹੀਨੇ ਦੀ 15 ਜੁਲਾਈ ਨੂੰ ਉਹਨਾਂ ਨੇ ਲਿਖਿਆ ਵੀ ਅਸੀਂ ਚਿੱਠੀ ਤੁਹਾਡੇ ਡਾਇਰੈਕਟਰ ਜਨਰਲ ਨੂੰ ਸਾਨੂੰ ਭੇਜ ਦਿੱਤੀ ਹੈ ਯੋਗ ਕਾਰਵਾਈ ਕਰਨ ਦੇ ਲਈ ਜੀ। ਤੇ ਉਹ ਕੀ ਕਹਿੰਦੇ ਆ, ਤੇ ਪਰ ਸਾਡੀ ਜੁਰਿਸਡਿਕਸ਼ਨ ਤੋਂ ਬਾਹਰ ਆ ਗੱਲ ਇਹ। ਅੱਛਾ ਜੀ, ਦਿੱਲੀ ਵਾਲੇ ਕਹਿ ਰਹੇ ਆ ਤੁਹਾਨੂੰ? ਹਾਂ, ਇਹ ਮੈਨੂੰ ਦਿੱਲੀ ਵਾਲੇ ਕਹਿ ਰਹੇ, ਉਹੀ ਬੈਨਰਜੀ ਸਾਹਿਬ ਜੀ। ਵੀ ਇਹਦਾ ਮਤਲਬ ਕੀ ਬਣਿਆ ਕਿ ਸਾਡੀ ਜੁਰਿਸਡਿਕਸ਼ਨ ਤੋਂ ਬਾਹਰ ਆ? ਹਾਂ, ਉਹਨਾਂ ਨੇ ਲਿਖਿਆ ਵੀ ਮੈਟਰ ਇਜ਼ ਬਿਯੋਂਡ ਦੀ ਜੁਰਿਸਡਿਕਸ਼ਨ ਆਫ ਦਿਸ ਬਿਊਰੋ। ਇਹਦਾ ਮਤਲਬ ਕੀ ਬਣਿਆ? ਉਹ ਸਰ ਹੁਣ ਗੱਲ ਇਹ ਵੱਡੀਆਂ ਗੱਲਾਂ ਨੇ ਤੇ ਮੈਂ ਹੁਣ ਤੁਹਾਨੂੰ ਕੀ ਵੱਡੀਆਂ ਤਾਂ ਆਪਾਂ ਸਮਝਣੇ ਵੀ, ਕਿਉਂਕਿ ਸਾਡਾ ਦੇਸ਼ ਬਹੁਤੇ ਥਾਵਾਂ ਦੇ ਛੋਟੇ ਲੋਕ ਨੇ, ਤਾਂ ਆਪਾਂ ਵੱਡੀਆਂ ਗੱਲਾਂ ਨੂੰ ਛੋਟਾ ਕਰਕੇ ਸਮਝਾਏ ਵੀ ਉਹ ਲੋਕ ਵੀ ਅਵੇਅਰ ਹੋ ਜਾਣ ਵੀ ਸਾਡੇ ਨਾਲ ਹੋ ਕੀ ਰਿਹਾ। ਦੇਖੋ ਜਸਪਾਲ ਜੀ, ਮੈਂ ਵੀ ਇੱਕ ਨਾਗਰਿਕ ਹਾਂ, ਤੁਸੀਂ ਵੀ ਇੱਕ ਨਾਗਰਿਕ ਹੋ ਜੀ। ਨਾਗਰਿਕ ਹੀ ਦੇਖ ਰਹੇ ਹੋ ਕਿ ਅਫਸਰ ਤਾਂ ਸਾਨੂੰ ਦੇਖ ਨਹੀਂ ਰਿਹਾ ਇਸ ਟਾਈਮ। ਪ੍ਰੋਬਲਮ ਮੈਨੂੰ ਮਹਿਸੂਸ ਹੋਈ ਤੇ ਮੈਂ ਸਭ ਤੋਂ ਹਾਈਐਸਟ ਜਿਹੜੀ ਸਾਡੀ ਪ੍ਰਧਾਨ ਮੰਤਰੀ ਤੋਂ ਉੱਪਰ ਕੀ ਹੋ ਸਕਦਾ, ਉਹਨਾਂ ਨੂੰ ਅਪਰੋਚ ਕੀਤਾ। ਜੇ ਉਹ ਕੁਝ ਕਰ ਹੀ ਨਹੀਂ ਸੀ ਸਕਦੇ, ਮੈਨੂੰ ਸਿੱਧੇ ਕਹਿੰਦੇ ਵੀ ਅਸੀਂ ਨਹੀਂ ਕੁਝ ਕਰ ਸਕਦੇ। ਉਹਨਾਂ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਨੇ DG ਨੂੰ ਭੇਜਤਾ, ਜਿਹੜੀ ਹੈਗੀ ਜੀ ਉਹ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ, ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਨੂੰ। ਉਹਨਾਂ ਨੇ ਕਹਾ DGP ਨੂੰ ਭੇਜਤੀ, ਸਾਰੇ DGP ਨੂੰ ਭੇਜਤੀ। ਮੁੜ ਕੇ ਫਿਰ ਮੈਨੂੰ ਲਿਖ ਦਿੱਤਾ ਸਾਡੀ ਜੁਰਿਸਡਿਕਸ਼ਨ ਦੀ। ਹੁਣ ਸਵਾਲ ਇਸ ਗੱਲ ਦਾ ਵੀ ਜੁਰਿਸਡਿਕਸ਼ਨ ਕਿਹਦੀ ਹੈ? ਫਿਰ ਜੇ ਪਰਚਾ ਕਰਨ ਦੀ ਜੁਰਿਸਡਿਕਸ਼ਨ ਹੈ ਤੇ ਝੂਠਾ ਪਰਚਾ ਰੋਕਣ ਦੀ ਵੀ ਕਿਸੇ ਜੁਰਿਸਡਿਕਸ਼ਨ ਹੋਣੀ ਚਾਹੀਦੀ ਹੈ। ਨਾਲੇ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਜਿਹੜਾ ਮੋਦੀ ਸਾਹਿਬ ਨੇ ਰਿਵਰਸ ਕੀਤਾ ਪੁਲਿਸ ਡਿਪਾਰਟਮੈਂਟ ਨੂੰ ਹੀ, ਇਹ ਪੁਲਿਸ ਡਿਪਾਰਟਮੈਂਟ ਦਾ ਤਾਂ ਕੰਮ ਹੈ ਹੀ ਨਹੀਂ ਸੀ। ਇਹ ਸਰਕਾਰੀ ਕੰਮ ਹੋਣਾ ਚਾਹੀਦਾ ਵੀ ਹਾਂ ਇਹ ਸਾਡੇ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਲੋਕਾਂ ਨਾਲ ਧੱਕਾ ਹੋ ਰਿਹਾ, ਝੂਠੀਆਂ FIR ਦਰਜ ਹੋ ਰਹੀਆਂ ਨੇ, ਉਹਨੂੰ ਸਰਕਾਰੀ ਤੌਰ ਤੇ MPs MLAs ਜਾਂ ਜਿਹੜੇ ਕਾਨੂੰਨ ਬਣਾਉਂਦੇ ਨੇ, ਕਾਨੂੰਨ ਘਾੜੇ ਨੇ, ਉਹ ਦੇਖਦੇ ਵੀ ਹਾਂ ਇਹ ਚੀਜ਼ਾਂ ਨੂੰ ਕਿਵੇਂ ਰੋਕਣਾ ਹੈ। ਨਹੀਂ, ਤੁਹਾਡੀ ਗੱਲ ਠੀਕ ਹੈ ਜੀ, ਤੁਹਾਡੀ ਗੱਲ ਠੀਕ ਹੈ। ਉਹਨਾਂ ਦਾ ਮਤਲਬ ਕੰਮ ਤਾਂ ਬਣਦਾ ਸੀ, ਪਰ ਉਹ ਪੁਲਿਸ ਦੇ ਮਹਿਕਮੇ ਥਰੂ ਹੀ ਮੂਵ ਹੋਣੀ ਸੀ ਨਾ ਗੱਲ ਤਾਂ ਜੀ। ਉਹ ਹੋ ਸਕਦਾ ਉਹਨਾਂ ਉਧਰ ਨੂੰ ਭੇਜ ਦਿੰਦੇ ਜਾਂ ਉਹਨਾਂ ਕੋਲੋਂ ਲੀਗਲ ਸਾਈਡ ਨੂੰ ਭੇਜ ਸਕਦੇ ਸੀ, ਇਹਨਾਂ ਨੂੰ ਪੁੱਛ ਸਕਦੇ ਸੀਗੇ। ਲੇਕਿਨ ਸਵਾਲ ਇਸ ਗੱਲ ਦਾ ਵੀ ਹੁਣ ਕੀ ਦੱਸਾਂ। ਨਹੀਂ, ਫਿਰ ਪੁਲਿਸ ਮੰਨ ਲਓ ਹੁਣ ਝੂਠੀਆਂ FIR ਤਾਂ ਪੁਲਿਸ ਹੀ ਕਰ ਸਕਦੀ ਹੈ, ਨਾ ਕੋਈ DC ਕਰੇ, ਨਾ ਕੋਈ ਮਿਨਿਸਟਰ ਕਰੇ, ਨਾ ਕੋਈ ਤਹਿਸੀਲਦਾਰ ਕਰੇ, ਨਾ ਕੋਈ ਇਨਕਮ ਟੈਕਸ ਵਾਲਾ ਕਰੇ। ਇਹ ਪੁਲਿਸ ਜਾਂ CBI, ਇਹ ਜਿਹੜਾ CBI ਦੀ ਵੀ ਇੱਕ ਅਲੱਗ ਪੁਲਿਸ ਹੁੰਦੀ ਆ। ਮਤਲਬ ਕਹਿਣ ਤੋਂ ਭਾਵ ਕੁੱਲ ਮਿਲਾ ਕੇ ਪੁਲਿਸ ਹੀ FIR ਕਰ ਸਕਦੀ ਹੈ। ਤਾਂ ਜੇ FIR ਦੀ ਅਕਾਊਂਟੇਬਿਲਿਟੀ ਪੁਲਿਸ ਹੀ ਨਹੀਂ ਲੈ ਸਕਦੀ ਤਾਂ ਫਿਰ ਕੌਣ ਲਏਗਾ? ਉਹਦੀ ਜ਼ਿੰਮੇਵਾਰੀ ਪੁਲਿਸ ਨਹੀਂ ਲੈ ਰਹੀ। ਇਸਪਾਲ ਜੀ, ਇਹੀ ਤਾਂ ਸਵਾਲ ਹੈ ਨਾ ਮੇਰਾ ਜੀ, ਵੀ ਅਸੀਂ ਨਾਗਰਿਕ ਹਾਂ, ਸਾਡਾ ਨਜਾਇਜ਼ ਹੋ ਜਾਂਦੀ ਹੈ, ਕਾਨੂੰਨ ਨਜਾਇਜ਼ ਕਰ ਦਿੰਦਾ ਹੈ, ਠੀਕ ਹੈ ਜੀ। ਤੇ ਅਸੀਂ ਕਹਿੰਦੇ ਫਿਰ ਯਾਰ ਕਿਉਂ ਹੁੰਦੀ ਹੈ ਸਾਡੇ ਨਾਲ ਨਜਾਇਜ਼? ਔਰ ਫਿਰ ਸਾਨੂੰ ਕਹਿੰਦੇ ਵੀ ਫਿਰ 182 ਦੀ ਕਾਰਵਾਈ ਕਰਾ ਲਓ। ਹੁਣ 182 ਗਾਂ ਫਿਰ ਸਾਡਾ ਹੋਰ ਫਿਰ ਪੰਗਾ। ਪਹਿਲਾਂ ਤਾਂ ਸਾਨੂੰ ਖੱਜਲ ਖੁਆਰੀ ਇਸ ਕਰਕੇ SHO ਨਾਲ ਪੰਗਾ ਪਈ, ਅਗਲਾ ਕੁੱਟ ਮਾਰ ਦੂ।
ਬਿਲਕੁਲ ਜੀ, ਇਹਦੇ ਕੋਲ ਵਰਦੀ ਵੀ ਹੈ, ਵੈਪਨ ਵੀ ਹੈ, ਪੈਸਾ ਵੀ ਹੈ, ਸਾਰਾ ਕੁਝ ਇਹਦੇ ਕੋਲ ਹੈ ਜੀ। ਹਾਂਜੀ ਮੈਂ ਚਲੋ ਆਪਾਂ ਅੱਗੇ ਵਧਦੇ, ਮੰਨ ਲਓ ਕਿ ਬੰਦਾ ਅੜ ਕੇ ਤਗੜਾ ਬੰਦਾ ਆ, ਕੋਈ ਪੰਗਾ ਲੈ ਹੀ ਲੈਂਦਾ ਵੀ ਮੈਂ ਚਾਹੇ ਮਾਰ ਦੋ, ਵੀ ਮੈਂ ਹੁਣ 182 ਦੀ ਜੇ ਮੈਂ ਇੰਨਾ ਖੱਜਲ ਖਵਾਰ ਹੋ ਹੀ ਗਿਆ ਤਾਂ ਮੇਰਾ ਸਾਰਾ ਕੁਝ ਵਿਕ ਜੇ, ਪਰ ਮੈਂ 182 ਦੀ ਕਾਰਵਾਈ ਕਰਾਉਣੀ ਆ, ਔਰ ਜਿਸ ਬੰਦੇ ਨੇ ਮੇਰੇ ਖਿਲਾਫ ਝੂਠੀ FIR ਕੀਤੀ ਆ ਮੈਂ ਉਹ ਸਾਰੇ ਬੰਦੇ ਕਾਨੂੰਨ ਦੇ ਘੇਰੇ ਵਿੱਚ ਲੈ ਕੇ ਆਉਣੇ ਆ। ਤਾਂ ਜੇ ਕਾਰਵਾਈ ਹੁੰਦੀ ਆ ਤਾਂ ਉਹ ਕਿਸ ਕਿਸਮ ਦੀ ਕਾਰਵਾਈ ਹੁੰਦੀ ਆ ਫਿਰ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹਦੀ ਵਰਦੀ ਉਤਰਨੀ ਹੈ ਉਹਨੇ ਪੂਰਾ ਜ਼ੋਰ ਲਾ ਦੇਣਾ, ਉਹਨੇ ਕਾਰਵਾਈ ਨਹੀਂ ਹੋਣ ਦੇਣੀ। ਬਿਲਕੁਲ, ਉਹ ਤੁਹਾਡੀ ਦਰਖਾਸਤ ਡਿਸਮਿਸ ਕਰਾਉਣ ਦੀ ਉਹ ਪਹਿਲਾਂ ਧਮਕੀਆਂ ਦੇਗਾ, ਪੈਸੇ ਵੀ ਦੇਗਾ, ਫਿਰ ਮਾਫੀ ਮੰਗਣ ਤੇ ਵੀ ਆ ਜਾਣਗੇ। ਬਿਲਕੁਲ, ਪਰ ਹੁਣ ਜੇ ਤੁਸੀਂ ਹੀ ਇੰਨੇ ਡਾਢੇ ਹੋ ਜੀ ਕਿ ਉਹਦੀ ਪੇਸ਼ ਨਹੀਂ ਚੱਲਦੀ, ਫਿਰ ਸਿਰਫ 3 ਮਹੀਨੇ ਦੀ ਸਜ਼ਾ, ਬੇਲ ਆਫੈਂਸ ਹੈ, ਮੌਕੇ ਤੇ ਬੇਲ ਹੋ ਜਾਂਦੀ ਹੈ, ਨਾਲ ਹੀ ਅਪੀਲ ਹੋ ਜਾਂਦੀ ਹੈ, ਆਰਡਰ ਸਟੇ ਹੋ ਜਾਂਦਾ, ਬੰਦਾ ਸਰਵਿਸ ਕਰਦਾ। ਮਤਲਬ ਜਿੰਨੇ ਖੱਜਲ ਖਵਾਰ ਹੋ ਕੇ ਪੈਸਾ ਫੂਕ ਕੇ, ਕੋਈ ਗਰੀਬ ਆ ਕਰਜ਼ਾ ਵੀ ਚੱਕਣਾ ਪਿਆ ਹੋਊਗਾ, ਜਲੀਲ ਵੀ ਹੋਇਆ, ਉਹ ਬੰਦੇ ਨੇ ਮਹੀਨਿਆਂ ਬੱਧੀਆਂ ਸਾਲਾਂ ਬੱਧੀ ਕੇਸ ਲੜਿਆ, ਬਰੀ ਹੋਇਆ, ਤੇ ਜਿਸ ਬੰਦੇ ਨੇ ਕੇਸ ਦਰਜ ਕੀਤਾ ਉਹਨੂੰ 3 ਮਹੀਨੇ ਦੀ ਸਿਰਫ ਸਜ਼ਾ ਹੈ, ਉਹ ਵੀ ਮੌਕੇ ਤੇ ਬੇਲ। ਜਿਹਦੀ ਬੇਲ ਆਫੈਂਸ ਹੈ ਜੀ 3 ਮਹੀਨੇ ਜਿਹੜੀ ਗੱਲ ਨਹੀਂ ਬੇਲ। ਇਹ ਤੁਸੀਂ ਪੱਕਾ ਸ਼ੋਰ ਹੋ ਇਸ ਚੀਜ਼ ਬਾਰੇ? ਬਿਲਕੁਲ 100% ਸ਼ੋਰ ਹੈ ਜੀ, ਜਿਹਨੂੰ ਮਰਜ਼ੀ ਪੁੱਛ ਲਓ, ਹੁਣੇ ਕਰੋ ਕਿਸੇ ਵਕੀਲ ਸਾਹਿਬ ਨੂੰ ਬੋਲ। ਇਹ ਤਾਂ ਮਤਲਬ ਮਜ਼ਾਕ ਜਿਹਾ ਨਹੀਂ ਲੱਗ ਰਿਹਾ ਵੀ ਅਪ੍ਰੈਲ ਫੂਲ ਦੇ ਵਿੱਚ ਆਪਾਂ ਹੁਣ ਜਾ ਰਿਹਾ, ਆਪਾਂ 8ਵਾਂ ਮਹੀਨਾ ਜਾ ਰਿਹਾ। ਹੁਣ ਤਾਂ ਕਹਿੰਦੇ ਹੀ ਆਏ ਆ ਵੀ ਅੰਗਰੇਜ਼ਾਂ ਦਾ ਕਾਨੂੰਨ, ਅੰਗਰੇਜ਼ਾਂ ਦੇ ਕਾਨੂੰਨ ਦੀ ਅਸੀਂ ਮੁਖਾਲਫਤ ਕਿਉਂ ਕਰਦੇ ਆ ਰਹੇ ਹਾਂ, ਇਸੇ ਤਰ੍ਹਾਂ ਕਰਦੇ ਆ ਰਹੇ ਹਾਂ, ਲੇਕਿਨ ਬਦਲਿਆ ਕਿਸੇ ਨੇ ਨਹੀਂ। ਬਹੁਤ ਨੇ ਹੋਰ ਬੜੇ ਨੇ ਕਾਨੂੰਨ, ਜਿੱਥੇ ਮੈਂ ਤੁਹਾਨੂੰ ਕਿਸੇ ਵੇਲੇ ਗੱਲ ਕਰਾਂਗੇ ਉਹਨਾਂ ਦੇ। ਇਹ ਮੈਂ ਅੰਗਰੇਜ਼ਾਂ ਦਾ ਕਾਨੂੰਨ ਕਿਵੇਂ ਹੋ ਗਿਆ ਜੇ ਆਪਾਂ ਤਾਂ ਇੰਡੀਆ 'ਚ ਬੈਠੇ ਆ? ਉਦੋਂ ਦੇ ਬਣੇ ਹੋਏ ਕਾਨੂੰਨ, ਜਿਹੜੀ IPC ਹੈਗੀਆਂ, CRPC ਹੈਗੀਆਂ, ਪੁਲਿਸ ਦੇ ਜਿਹਨੇ ਬਣੇ ਮੈਨੂਅਲ ਬਣੇ ਹੋਏ ਨੇ, ਸਭ ਪੁਰਾਣੇ ਨੇ ਜੀ। ਜਿਵੇਂ ਅੰਗਰੇਜ਼ ਇੰਡੀਅਨ ਲੋਕਾਂ ਨੂੰ ਟੌਰਚਰ ਕਰਨ ਲਈ ਕਾਨੂੰਨ ਰੱਖੇ ਸੀ ਕਾਲੇ, ਵੀ ਕੋਈ ਇਨਸਾਫ ਲੈ ਹੀ ਨਾ ਸਕੇ ਇੱਥੇ। ਬਿਲਕੁਲ, ਉਹਨਾਂ ਦੀ ਕਨਵੀਨੀਅੰਸ ਦਾ ਕਾਨੂੰਨ ਬਣੇ ਸੀਗੇ, ਆਪਣੇ ਅੰਗਰੇਜ਼ ਅਫਸਰ ਬਰੀ ਰਹਿਣ ਬਸ। ਜੇ ਮੰਨ ਅੰਗਰੇਜ਼ ਅਫਸਰ ਹੀ ਬਰੀ ਰਹਿਣ, ਵੀ ਅੰਗਰੇਜ਼ਾਂ ਨੂੰ ਕੋਈ ਉਹ ਕੰਡਾ ਨਾ ਚੁੱਭੇ, ਸਿਵਿਲੀਅਨ ਨੂੰ ਮਰਦੇ ਆ ਮਰੀ ਜਾਣ, ਉਹੀ ਕਾਨੂੰਨ ਅਸੀਂ ਇਸ ਟਾਈਮ ਤੁਹਾਡੇ ਕਹਿਣ ਤੋਂ ਬਾਅਦ ਵੀ ਅਡਾਪਟ ਕਰਕੇ ਰੱਖਿਆ ਹੋਇਆ। ਬਿਲਕੁਲ। ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਇੱਕ ਮੈਂ ਬੜੀ ਪੁਰਾਣੀ ਫਿਲਮ ਦੇਖੀ ਸੀਗੀ, ਉਹਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ। ਉਹ ਫਿਲਮ ਬੜੀ ਅੱਛੀ ਸੀਗੀ, ਉਹ ਮੈਂ ਚਾਹੁੰਦਾ ਸੀ ਕਿ ਤੁਸੀਂ ਉਹ ਵੇਖੋ, ਤੇ ਉਹਦੇ ਵਿੱਚ ਦਿਖਾਇਆ ਸੀ ਐਕਚੁਅਲੀ ਮਤਲਬ ਕਿ ਅੰਗਰੇਜ਼ਾਂ ਦਾ ਕਾਨੂੰਨ ਕੀ ਸੀਗਾ ਜੀ। ਉਸ ਫਿਲਮ ਵਿੱਚ ਕੀ ਹੈ ਵੀ ਜਿਹੜਾ ਇੰਡੀਅਨ ਹੁੰਦਾ ਉਹ ਅਕਿਊਜ਼ਡ ਹੁੰਦਾ, ਤੇ ਜਿਹੜਾ ਮੈਜਿਸਟਰੇਟ ਹੁੰਦਾ ਤੇ ਉਹ ਅੰਗਰੇਜ਼ ਹੁੰਦਾ, ਤੇ ਉਹ ਬਹਿੰਦੀ ਸਾਰੀ ਕਹਿੰਦਾ ਹੈ, ਪੁੱਛਦਾ ਨਹੀਂ ਯੂ ਆਰ ਅਕਿਊਜ਼ਡ, ਵੀ ਤੂੰ ਇੰਡੀਅਨ ਆ, ਮੈਂ ਗੋਰਾ ਆ, ਤਾਂ ਮੇਰਾ ਫਰਜ਼ ਬਣਦਾ ਕਿ ਤੈਨੂੰ ਮੈਂ ਸਜ਼ਾ ਹੀ ਦਵਾਂ। ਬਹਿੰਦਾ ਹੀ ਸਾਰੀ ਯੂ ਆਰ ਅਕਿਊਜ਼ਡ, ਯੂ ਆਰ ਕਨਵਿਕਟਡ, ਉਹ ਦੂਜੇ ਨਹੀਂ ਕਹਿੰਦਾ। ਮੈਂ ਫਿਲਮ ਦੇਖੀ ਸੀ, ਮੈਨੂੰ ਫਿਲਮ ਦਾ ਨਾਮ ਯਾਦ ਆ ਰਿਹਾ, ਸ਼ਾਇਦ ਮੈਂ ਤੁਹਾਨੂੰ ਚਲੋ ਜਿਹੜੀ ਵੀ ਫਿਲਮ ਸੀ, ਪਰ ਹੁੰਦਾ ਤਾਂ ਇਦਾਂ ਹੀ ਰਿਹਾ ਇੰਡੀਆ ਦੇ ਵਿੱਚ, ਜਦੋਂ ਅੰਗਰੇਜ਼ਾਂ ਦਾ ਮੁਗਲਾਂ ਦਾ ਰਾਜ ਸੀ ਉਦੋਂ ਵੀ ਆਏ ਸੀ। ਦੇਖੋ ਜੀ, ਹੁਣ ਆਪਾਂ ਸੁਣਦੇ ਹੀ ਆ, ਆਪਾਂ ਤਾਂ ਉਸ ਵੇਲੇ ਛੋਟੇ ਸੀਗੇ ਜਾਂ ਸ਼ਾਇਦ ਨਾ ਹੀ ਪੈਦਾ ਹੋਏ ਸੀ, ਆਪਣੀ ਉਮਰਾਂ ਤਾਂ ਆਪਾਂ ਤਾਂ ਹੁਣ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ। ਹੁਣ ਡੈਮੋਕ੍ਰੇਸੀ ਤਾਂ ਜ਼ਰੂਰ ਰਹਿ ਰਹੇ ਹਾਂ ਜੀ, ਹੁਣ ਦੇਖ ਲਓ ਡੈਮੋਕ੍ਰੇਸੀ ਦੀ ਹਾਲਤ ਕੀ ਹੈ। ਇਹ ਸਰ ਜਿਹੜੀ ਗੱਲ ਸੀ ਨਾ, ਖੈਰ ਮੈਨੂੰ ਵੀ ਨਹੀਂ ਸੀ ਪਤਾ ਵੀ 182 ਦਾ ਇੰਨਾ ਕੰਪਲਿਕੇਸ਼ਨ ਹੈਗਾ ਆ, ਤੇ ਇਸ ਤਰੀਕੇ ਨਾਲ ਮਜ਼ਾਕ ਕੀਤਾ ਜਾ ਰਿਹਾ ਲੋਕਾਂ ਦੇ ਨਾਲ, ਵੀ ਜਿਹੜਾ ਬੰਦਾ ਨਜਾਇਜ਼ ਫਸ ਗਿਆ ਉਹਨੂੰ ਦੋਸ਼ੀ ਨੂੰ ਸਜ਼ਾ ਦਿਵਾਉਣ ਲਈ ਵੀ ਫਿਰ ਖੱਜਲ ਖਵਾਰ ਹੋਣਾ ਪੈਂਦਾ ਹੈ, ਪੂਰਾ ਖੱਜਲ ਖਵਾਰ ਹੋਣਾ ਪੈਂਦਾ ਜੀ। ਤੇ ਉਹ ਪੱਲਿਓਂ ਪੈਸੇ ਲਾਵੇ, ਤੇ ਉਹ ਵੀ ਪੱਲਿਓਂ ਪੈਸੇ ਜਦੋਂ ਲਾਉਣ ਦੀ ਸ਼ੁਰੂਆਤ ਕਰ ਲੈਂਦਾ, ਪਤਾ ਨਹੀਂ 15 ਦਿਨ ਟਿਕੇ, ਮਹੀਨਾ ਟਿਕੇ, ਸਾਲ ਟਿਕੇ, ਪਤਾ ਨਹੀਂ ਉਹਨੂੰ ਇਨਸਾਫ ਮਿਲੇ ਜਾਂ ਨਾ ਮਿਲੇ, ਤਾਂ ਜਿਹੜਾ ਕੁਝ ਬਚਿਆ ਖੁਚਿਆ 2 ਟਾਈਮ ਦੀ ਰੋਟੀ ਖਾਂਦਾ ਖਬਰ ਉਹ ਵੀ ਗਵਾ ਲੇ ਤੇ ਸੜਕਾਂ ਤੇ ਆ ਜੇ। ਤਾਂ ਇਹ ਇੱਥੇ ਦੇ ਸਾਡੇ ਹਾਲਾਤ ਨੇ। ਤੇ ਇਹ ਇਸ ਤੋਂ ਬਾਅਦ ਜੀ ਮੈਂ ਇੱਕ ਫੇਸਬੁੱਕ ਦੇ ਉੱਤੇ ਇਸੇ ਦੇ ਸੰਬੰਧ ਦੇ ਵਿੱਚ ਨਾ ਇੱਕ ਪੋਸਟ ਪਾਈ ਸੀਗੀ, ਉੱਥੇ ਮੈਂ ਦੱਸਿਆ ਸੀ ਵੀ ਆਹ ਸਰਕਮਸਟੈਂਸਸ ਆ ਰਹੇ, ਇਸ ਤਰ੍ਹਾਂ ਕਰਕੇ ਮੈਂ ਮੋਦੀ ਸਾਹਿਬ ਨੂੰ ਲਿਖਿਆ, ਇਹਦਾ ਐਂਡ ਹੋਇਆ, ਤੇ ਰਿਕਾਰਡ ਮੇਰੇ ਕੋਲ ਹੈ। ਜੇ ਕੋਈ ਸੱਜਣ ਇਹਨੂੰ ਕਿਸੇ ਹੋਰ ਲੌਜੀਕਲ ਐਂਡ ਤੱਕ ਲੈ ਜਾਣਾ ਚਾਹੁੰਦਾ ਹੈ ਜੀ, ਕਿਸੇ ਕੋਰਟ ਦੇ ਵਿੱਚ ਲਿਜਾਣਾ ਚਾਹੁੰਦਾ ਹੈ, ਸੁਪਰੀਮ ਕੋਰਟ ਲਿਜਾਣਾ ਚਾਹੁੰਦਾ ਹੈ, ਜਾਂ ਕਿਤੇ ਹੋਰ ਜੋ ਕਰਨਾ ਚਾਹੁੰਦਾ ਤਾਂ ਕਰ ਲਵੇ, ਤੇ ਰਿਕਾਰਡ ਮੇਰੇ ਕੋਲ ਲੈ ਲਵੇ। ਨਹੀਂ ਤੇ ਮੈਨੂੰ ਮੁੱਦਈ ਬਣਾਉਣਾ, ਤੇ ਮੈਨੂੰ ਮੁੱਦਈ ਬਣਾ ਤੇ ਮੈਂ ਤੁਸੀਂ ਤਿਆਰ ਹੋ ਮੁੱਦਈ ਬਣਨ? ਬਿਲਕੁਲ ਤਿਆਰ ਹਾਂ। ਕਹਿ ਰਹੇ ਜੀ ਕਿ ਮੈਂ ਕੋਈ ਜੁਰਮ ਕਰ ਰਿਹਾ, ਕਾਨੂੰਨ ਦੇ ਵਿੱਚ ਅਮੈਂਡਮੈਂਟਸ ਤਾਂ ਹੋਈਆਂ ਨੇ ਬਹੁਤ, ਮੈਂ ਤਾਂ ਆਪਣੇ ਹਿੰਦੁਸਤਾਨੀ ਦੀ ਮਦਦ ਕਰ ਰਿਹਾ ਜੀ, ਸਾਰੇ ਲੋਕਾਂ ਦੀ, ਨਜਾਇਜ਼ ਗਰੀਬ ਲੋਕਾਂ ਦੀ। ਹਾਂਜੀ ਹਾਂ ਜੀ, ਹੋਵੇ ਜੀ ਪਰਚੇ, ਇਹ ਤਾਂ ਪੁੰਨ ਦਾ ਕੰਮ ਆ ਜੀ। ਕਈ ਬੰਦੇ ਤਾਂ 20-20 ਸਾਲ ਬਾਅਦ ਬਰੀ ਹੋਏ ਨੇ, 20 ਸਾਲ ਜੇਲ੍ਹ 'ਚ ਰਹਿ ਕੇ ਬੰਦਾ ਸਾਰਾ ਜਵਾਨੀ ਗਾਲ ਕੇ ਆ ਜੇ, ਤਾਂ ਬਾਅਦ 'ਚੋਂ ਬੁਢਾਪੇ ਵੇਲੇ ਬਰੀ ਹੋ ਜੇ। ਬਿਲਕੁਲ, ਤਾਂ ਕੀ ਕਰੇ ਬੰਦਾ ਫਿਰ? ਉਹ ਇੰਨਾ ਕੁ ਲੱਕ ਟੁੱਟ ਜਾਂਦਾ ਬੁੱਢੇ ਬਾਰੇ, ਬੰਦਾ ਕਿਤੇ ਯਾਰ ਛੱਡੋ ਯਾਰ, ਮੈਂ ਹੁਣ ਆ ਗਿਆ, ਮੈਨੂੰ ਖੁੱਲੀ ਹਵਾ ਚਾਹੀਦੀ, ਆਕਸੀਜਨ ਚਾਹੀਦੀ ਆ, ਆਪਣੇ ਰਿਸ਼ਤੇਦਾਰਾਂ 'ਚ ਬੈਠਾ ਇੰਨੇ ਜੀ ਖੁਸ਼ ਹੋ ਜਾਂਦਾ ਆ। ਪਰ ਜਿਨ੍ਹਾਂ ਨੇ 20 ਸਾਲ ਖਰਾਬ ਕਰਤੇ, ਜ਼ਿੰਦਗੀ ਤਬਾਹ ਕਰਤੀ, ਉਹ ਬੰਦੇ ਫਿਰ ਵੀ ਨੌਕਰੀਆਂ ਭੋਗ ਕੇ।
ਜਸਪਾਲ ਜੀ ਮੇਰੇ ਖਿਲਾਫ 3 ਪਰਚੇ ਹੋਏ ਜੀ, ਔਰ 3 ਪਰਚੇ ਆਪਦੀ ਮੌਤ ਆਪੇ ਮਰ ਗਏ, ਸਾਰਿਆਂ ਦੇ ਤੁਸੀਂ ਬਰੀ ਹੋ ਗਏ। ਹਾਂਜੀ, ਲੇਕਿਨ ਮੈਂ ਕਿਸੇ ਦੇ ਖਿਲਾਫ ਜਿਹੜੀ ਐਕਸਪ੍ਰੈਸਿਵ ਕਾਰਵਾਈ ਨਹੀਂ ਕਰਾਈ, ਇਸ ਕਰਕੇ ਕਿ ਮੈਨੂੰ ਪਤਾ ਸੀ ਉਹ ਬੰਦੇ ਤਗੜੇ ਆ। ਨਹੀਂ ਵੀ ਖੱਜਲ ਖੋਰੀ ਕਿੰਨੀ ਆ, ਬਿਲਕੁਲ ਤਗੜੇ ਵੀ ਹੈ, ਤਗੜੇ ਵੀ ਹੈ, ਖੱਜਲ ਖੋਰੀ ਕਿੰਨੀ ਹੈ। ਬਿਲਕੁਲ ਸਹੀ ਗੱਲ ਆ। ਸਰ ਇੱਕ ਗੱਲ ਹੋਰ ਦੱਸੋ, ਮੰਨ ਲਓ ਜੇ ਬੰਦਾ ਇੱਕ ਟਾਈਮ ਤੇ ਕਾਰਵਾਈ ਨਹੀਂ ਕਰਦਾ, ਮੰਨ ਲਓ ਅੱਜ ਮੈਂ ਕੋਈ ਬੰਦਾ ਬਰੀ ਹੋਇਆ, ਕੁਝ ਟਾਈਮ ਬਾਅਦ ਖੱਜਲ ਖਵਾਰੀ ਕਰਕੇ ਬਰੀ ਹੋ ਗਿਆ ਬੰਦਾ, ਉਹਦੀਆਂ FIR ਜੱਜ ਨੇ ਕੈਂਸਲ ਕਰਤੀਆਂ, ਰਿਜੈਕਟ ਕਰਤੀਆਂ ਵੀ ਇਹਦੇ ਵਿੱਚ ਕੋਈ ਦਮ ਨਹੀਂ, ਜਾਂ ਬੰਦਾ ਬਾਇਜ਼ਤ ਬਰੀ ਆ, ਮੌਕੇ ਤੇ ਬੰਦਾ ਇੰਨਾ ਕਿ ਝੰਬਿਆ ਹੁੰਦਾ, ਇੰਨਾ ਖੱਜਲ ਖਵਾਰ ਹੁੰਦਾ, ਫਰਸਟ੍ਰੇਟਡ ਹੁੰਦਾ ਬੰਦਾ ਕਿ ਯਾਰ ਕਹਿੰਦਾ ਵੀ ਹੁਣ ਕੁਝ ਨਹੀਂ, ਮੈਂ ਘਰੇ ਜਾਣਾ ਆਰਾਮ ਨਾਲ, ਤੇ ਉਹ ਕਾਰਵਾਈ ਨਹੀਂ ਕਰਦਾ। ਕੁਛ ਟਾਈਮ ਪੈਂਦਾ, 2 ਮਹੀਨੇ 3 ਮਹੀਨੇ, ਮੰਨ ਲਓ ਸਾਲ ਵੀ ਨਿਕਲ ਜਾਂਦਾ ਆ, ਉਹਨਾਂ ਸਮਾਂ ਬੰਦਾ ਨਾ ਦਿਮਾਗ ਦੇ ਵਿੱਚ ਗੱਲਾਂ 'ਚ, ਮੇਰੇ ਕੋਲ ਵੀ ਕਈ ਕੇਸ ਬੰਦਿਆਂ ਦੇ ਇਦਾਂ ਆਏ ਵੀ ਜਿਹੜੇ ਆਪਣੀ ਗੱਲਬਾਤ ਰੱਖਣੀ ਚਾਹੁੰਦੇ ਆ ਸਾਲ ਬਾਅਦ ਵੀ ਉਹਨਾਂ ਨਾਲ ਕਿਵੇਂ ਇਨਜਸਟਿਸ ਹੋਈ। ਸਾਲ ਬਾਅਦ ਜਦੋਂ ਬੰਦਾ ਹਿੰਮਤ ਕਰ ਲੈਂਦਾ ਆ, ਕਿਤੋਂ ਇਨਸਪੀਰੇਸ਼ਨ ਮਿਲਦੀ ਆ, ਮੋਟੀਵੇਟ ਹੁੰਦਾ ਬੰਦਾ ਕਿ ਨਹੀਂ ਮੈਂ ਇਨਸਾਫ ਲੈਣਾ ਆ, ਤਾਂ ਜਿਹੜੀ ਇਨਜਸਟਿਸ ਇੱਕ ਵਾਰੀ ਹੋ ਗਈ ਬੰਦੇ ਨਾਲ, ਉਹ ਸਾਲ ਪਹਿਲਾਂ ਹੋਈ ਸੀ ਜਾਂ 6 ਮਹੀਨੇ ਪਹਿਲਾਂ ਹੋਈ ਸੀ, 3 ਮਹੀਨੇ ਪਹਿਲਾਂ ਹੋਈ ਸੀ, ਕੀ ਉਹ ਬੰਦਾ ਇੰਨੇ ਟਾਈਮ ਬਾਅਦ ਫਿਰ ਅਪੀਲ ਕਰ ਸਕਦਾ ਹੈ? ਨਹੀਂ ਦੇਖੋ ਜਸਪਾਲ ਜੀ, ਕਈ ਬੰਦੇ ਅਣਖੀ ਤਾਂ ਹੁੰਦੇ ਆ ਜੀ, ਉਹਨਾਂ ਦੇ ਮਨ ਦੇ ਵਿੱਚ ਗੱਲ ਸੱਚਾਈ ਤਾਂ ਕਰਦੀ ਰਹਿੰਦੀ ਹੈ, ਸਾਡੇ ਨਾਲ ਜਾਤੀ ਹੋਈ ਹੈ ਜੀ, ਪਰ ਕੁਝ ਸਮੇਂ ਲਈ ਉਹ ਆਪਣੇ ਆਪ ਨੂੰ ਦਬਾ ਲੈਂਦੇ ਨੇ, ਕਈ ਗੱਲਾਂ ਨੇ, ਕੋਈ ਘਰ ਦੇ ਕਹਿੰਦੇ ਨੇ, ਕੋਈ ਹੋਰ ਕਹਿੰਦੇ ਨੇ, ਕੋਈ ਰਿਸ਼ਤੇਦਾਰ ਕਹਿੰਦੇ ਨੇ, ਬੱਚੇ ਹੀ ਕਹਿੰਦੇ ਨੇ, ਵਾਈਫ ਕਹਿ ਦਿੰਦੀ ਹੈ ਵੀ ਯਾਰ ਛੱਡੋ ਪਰੇ, ਪਰ ਮਨ ਦੇ ਵਿੱਚ ਬੰਦੇ ਰਹਿੰਦੀ ਹੈ ਯਾਰ ਵੀ ਸਾਨੂੰ ਮੇਰੇ ਨਾਲ ਖਰਾਬੀ ਹੋਈ। ਹੁਣ ਸਵਾਲ ਇਹ ਆ ਵੀ ਜੇ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ ਵੀ ਹਾਂ ਬੰਦੇ ਨੂੰ ਉਹ ਜਿਹੇ ਸਮੇਂ ਤੋਂ ਆ ਕੇ ਬੰਦਾ ਹਿੰਮਤ ਕਰਦਾ, ਫਿਰ ਲਾਅ ਆਫ ਲਿਮਿਟੇਸ਼ਨ ਵਿੱਚ ਚੜ ਜਾਂਦਾ ਜੀ। ਲਾਅ ਆਫ ਲਿਮਿਟੇਸ਼ਨ 'ਚ ਕੀ ਹੁੰਦਾ ਜੀ? ਲਾਅ ਆਫ ਲਿਮਿਟੇਸ਼ਨ ਦੇ ਵਿੱਚ ਲਿਮਿਟੇਸ਼ਨ ਹੈ ਵੀ 3 ਮਹੀਨੇ ਤੋਂ ਬਾਅਦ ਤੁਸੀਂ ਨਹੀਂ ਕਰ ਸਕਦੇ, ਮੈਕਸਿਮਮ 3 ਮਹੀਨੇ ਆ, 3 ਮਹੀਨੇ ਜੀ, ਵੀ ਉਸ ਤੋਂ ਬਾਅਦ ਕੋਈ ਅਪੀਲ ਨਹੀਂ? ਬਿਲਕੁਲ ਨਹੀਂ। ਜੇ ਬੰਦਾ ਪ੍ਰੂਵ ਵੀ ਕਰਦੇ ਕਿ ਮੈਂ ਤਾਂ ਮੇਰੇ ਕੋਲ ਆਹ ਐਵੀਡੈਂਸ ਮੈਂ ਇਕੱਠੇ ਕਰ ਲਏ, ਇਹ ਉਹ ਫਿਰ ਕੋਰਟ ਦੀ ਮਰਜ਼ੀ ਹੈ। ਪਹਿਲਾਂ ਜੇ ਡਿਲੇ ਕਾਨੂੰਨ ਦੀ ਗੱਲ ਕਰਦੇ ਤੁਸੀਂ, ਡਿਲੇ ਜੇ ਕਾਨੂੰਨ ਕਰਾਉਣੀ ਹੋਵੇ ਤਾਂ ਉਹ ਦਰਖਾਸਤ ਦੇਣੀ ਪਊਗੀ, ਫਿਰ ਡਿਲੇ ਕਾਨੂੰਨ ਦਾ ਜੱਜ ਦੀ ਮਰਜ਼ੀ ਹੈ। ਜੀ 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 ਜੀ, ਉਹ ਡਿਲੇ ਕਾਨੂੰਨ ਹੁਣ ਤੁਹਾਨੂੰ ਪਤਾ ਹੀ ਹੈ ਵੀ ਕੇਸ ਦਮ ਦੇਖਦੇ ਆ ਵੀ ਜੇ ਹੈ ਜਾਂ ਕੁਝ ਤਾਂ ਕਰ ਲੈਂਦੇ ਆ, ਨਹੀਂ ਤਾਂ ਨਹੀਂ। ਉਹ ਤਾਂ ਡਿਸਕ੍ਰਿਸ਼ਨ ਹੈ ਜੀ, ਡਿਸਕਸ਼ਨ, ਮੈਟਰ ਆਫ ਡਿਸਕਸ਼ਨ ਹੋ ਗਿਆ, ਡਿਸਕ੍ਰਿਸ਼ਨ ਜੀ। ਓਕੇ, ਡਿਸਕ੍ਰਿਸ਼ਨ ਹੈ ਜੱਜ ਦੀ। ਓਕੇ 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 ਓਕੇ, ਉਹ ਤੁਹਾਨੂੰ ਉਹਨਾਂ ਨੇ ਅਲਾਉ ਕਰਨਾ ਹੈ ਨਹੀਂ ਕਰਨਾ, ਠੀਕ ਹੈ, ਪਰ ਲਿਮਿਟੇਸ਼ਨ ਲੱਗਦੀ ਹੈ, ਠੀਕ ਹੈ, ਲਾਅ ਆਫ ਲਿਮਿਟੇਸ਼ਨ ਇਨਵੋਲਵ ਹੁੰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਹਾਂ ਉਹੀ ਹੈ ਨਾ ਵੀ ਇਹ ਵੀ ਇੱਕ ਟ੍ਰੈਜਡੀ ਹੋਇਆ ਜੀ, ਲਾਅ ਆਫ ਲਿਮਿਟੇਸ਼ਨ ਵੀ ਇੱਕ ਟ੍ਰੈਜਡੀ ਹੋਇਆ ਜੀ, ਫੈਸਲਾ ਗਲਤ ਹੋ ਗਿਆ, ਅਪੀਲ ਹੋਈ ਨਹੀਂ, ਉਹੀ ਲਾਗੂ ਹੋ ਗਿਆ। ਮੈਂ ਇੱਕ ਹੁਣ ਆਖਰੀ ਗੱਲ ਤੁਹਾਡੇ ਨਾਲ ਕਰਦਾ, ਆਪਣਾ ਸਮਾਂ ਕਾਫੀ ਹੋ ਗਿਆ। ਹਾਂਜੀ, ਮੰਨ ਲਓ FIR ਤਾਂ ਪੁਲਿਸ ਹੀ ਕਰਦੀ ਹੈ, ਠੀਕ ਹੈ ਜੀ, ਪੁਲਿਸ ਭਾਵੇਂ ਕਿਸੇ ਮਹਿਕਮੇ ਦੀ ਹੋਵੇ, ਕਰਨੀ ਪੁਲਿਸ ਨਹੀਂ ਹੈ ਜੀ, ਠੀਕ ਹੈ ਜੀ, ਲੇਕਿਨ ਪੁਲਿਸ ਪ੍ਰਸ਼ਾਸਨ ਅੰਡਰ ਰਹਿੰਦਾ ਆ ਰਾਜਨੀਤੀ ਦੇ ਲੀਡਰਾਂ ਦੇ। ਤਾਂ ਹੁਣ ਜਿਹੜਾ ਇਹ ਗਲਤੀਆਂ ਹੋ ਜਾਂਦੀਆਂ ਨੇ, ਕਾਨੂੰਨ ਦੀਆਂ ਗਲਤੀਆਂ ਨੇ, ਹੁਣ ਇਹ ਪੁਲਿਸ ਨੂੰ ਜਾਂ ਜਿਹੜੇ IPS ਆਫੀਸਰਸ ਨੇ, DGPs ਨੇ, ਜਾਂ ਹੋਰ SSPs ਨੇ, ਜਾਂ ਜਿਹੜੇ ਵੀ ਪੁਲਿਸ ਮਹਿਕਮੇ ਦੇ ਸੰਬੰਧਿਤ ਅਧਿਕਾਰੀ ਨੇ, ਕੀ ਇਹ ਗਲਤੀਆਂ ਉਹ ਆਪਣੇ ਲੈਵਲ ਤੇ ਚੇਂਜ ਕਰ ਸਕਦੇ ਆ, ਜਾਂ ਇਹ ਗਲਤੀਆਂ ਜਿਹੜੀਆਂ ਨੇ ਕਰੈਕਸ਼ਨਸ ਕਾਨੂੰਨ ਦੇ ਵਿੱਚ, ਅਮੈਂਡਮੈਂਟਸ ਤਾਂ ਦੇਖੋ ਕਈ ਵਾਰੀ ਲਾਅ ਦੇ ਵਿੱਚ ਹੋਈਆਂ ਨੇ, ਨੋ ਡਾਊਟ ਅੱਗੇ ਵੀ ਹੋਣੀਆਂ ਨੇ, ਤਾਂ ਇਹ ਅਮੈਂਡਮੈਂਟਸ ਜਿਹੜੀਆਂ ਇਹਦੇ ਵਿੱਚ ਖਾਸ ਕਰਕੇ ਆਪਾਂ ਜਿਹੜੀ ਅੱਜ 182 ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਅਮੈਂਡਮੈਂਟ ਪੁਲਿਸ ਕਰ ਸਕਦੀ ਹੈ ਜਾਂ ਇਹ ਰਾਜਨੀਤੀ ਦੇ ਹੱਥ 'ਚ? ਇਹ ਤਾਂ ਸਰਕਾਰ ਕਰ ਸਕਦੀ, ਟੋਟਲੀ ਰਾਜਨੀਤੀ ਦੇ ਹੱਥ 'ਚ। ਕਾਨੂੰਨ ਤੱਕ ਬਣਾਉਣਾ ਹੀ ਸਰਕਾਰ ਦਾ ਕੰਮ ਹੈ ਜੀ। ਜੀ, ਕਾਨੂੰਨ ਤਾਂ ਸਰਕਾਰ ਦਾ ਕੰਮ ਹੀ ਬਣਾਉਣਾ। ਜੀ ਜੀ ਜੀ, ਉਹਦਾ ਰਿਕਮੈਂਡ ਕਰ ਸਕਦੇ ਨੇ ਜੀ, ਸੁਜੈਸਟ ਕਰ ਸਕਦੇ ਨੇ, ਰਿਕਮੈਂਡ ਕਰ ਸਕਦੇ ਨੇ। ਤਾਂ ਇੱਕ MLA ਦੀ ਅਕਾਊਂਟੇਬਿਲਿਟੀ ਕੀ ਹੋਵੇ ਫਿਰ ਇਸ ਮਾਮਲੇ 'ਚ? ਇੱਕ ਮਿਨਿਸਟਰ ਦੀ ਜਾਂ ਇੱਕ MP ਦੀ ਅਕਾਊਂਟੇਬਿਲਿਟੀ ਕੀ ਹੋਵੇ? ਉਹਦੀ ਜ਼ਿੰਮੇਵਾਰੀ ਕੀ, ਰਿਸਪੌਂਸਿਬਿਲਿਟੀ? MLA ਨੂੰ ਚਾਹੀਦਾ ਹੀ ਹੈ ਜੀ, ਜੇ ਉਹਦਾ ਜ਼ਿਹਨ ਸਾਫ਼ ਹੈ ਤਾਂ ਉਹ ਕਹੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਜੀ, ਨਜਾਇਜ਼ ਪਰਚੇ ਨਹੀਂ ਹੋਣੇ ਚਾਹੀਦੇ ਜੀ। ਹੁਣ ਜਸਪਾਲ ਜੀ ਤੁਹਾਨੂੰ ਵੀ ਪਤਾ ਹੋ ਸਕਦਾ ਨਜਾਇਜ਼ ਪਰਚੇ ਕੌਣ ਦੇ ਹੱਕ 'ਚ ਹੋਣ। ਨਹੀਂ ਹੁਣ ਹੁੰਦਾ ਹੀ ਆ ਵੀ ਜਿਵੇਂ ਕਾਂਗਰਸ ਵਾਲੇ ਕਹਿੰਦੇ ਸੀ ਪਿਛਲੀ ਅਕਾਲੀਆਂ ਦੀ ਸਰਕਾਰ 'ਚ ਵੀ ਸਾਡੇ ਤੇ ਝੂਠੇ ਪਰਚੇ ਦੇ ਰਹੀ ਆ ਅਕਾਲੀ ਸਰਕਾਰ, ਤੇ ਹੁਣ ਸੁਖਬੀਰ ਬਾਦਲ ਜੀ ਬੜਾ ਰੌਲਾ ਪਾ ਰਹੇ ਆ ਕਿ ਕਾਂਗਰਸ ਸਾਡੇ ਵਰਕਰਾਂ ਦੇ ਝੂਠੇ ਪਰਚੇ ਦੇ ਰਹੀ ਆ। ਤਾਂ ਇਹਦਾ ਮਤਲਬ ਵਿਕਟਿਮ ਉਹ ਵੀ ਨੇ, ਅਕਾਲੀ ਵੀ ਵਿਕਟਿਮ ਨੇ, ਕਾਂਗਰਸੀ ਵੀ ਵਿਕਟਿਮ ਨੇ। ਬਿਲਕੁਲ। ਤਾਂ ਫਿਰ ਉਹ ਫਿਰ ਵੀ ਨਹੀਂ ਕਰ ਰਹੇ। ਕਿੰਨੇ ਅਕਾਲੀ ਵਰਕਰ, ਜੇ ਆਪਾਂ ਉਹਨਾਂ ਦੀ ਗੱਲ ਮੰਨੀਏ ਇੱਕ ਮਿੰਟ ਲਈ, ਸੁਖਬੀਰ ਬਾਦਲ ਦੀ ਗੱਲ ਮੰਨਦੇ ਆ, ਉਹ ਕਹਿ ਰਹੇ ਨੇ ਕਿ ਸਾਡੇ ਦੇ ਝੂਠੇ ਪਰਚੇ ਕੀਤੇ ਜਾ ਰਹੇ ਆ, ਫਲਾਣਾ SSP ਕਰ ਰਿਹਾ, ਫਲਾਣਾ, ਉਹ ਨਾਂ ਵੀ ਲੈਂਦੇ ਨੇ, ਤਾਂ ਇਹਦਾ ਮਤਲਬ ਉਹ ਵਿਕਟਿਮ ਨੇ। ਇਦਾਂ ਹੀ ਅਮਰਿੰਦਰ ਸਿੰਘ ਕਹਿੰਦੇ ਹੁੰਦੇ ਵੀ ਸਾਡੇ ਵਰਕਰਾਂ ਦੇ ਝੂਠੇ ਪਰਚੇ ਕੀਤੇ ਜਾ ਰਹੇ, ਇਹਦਾ ਮਤਲਬ ਕਾਂਗਰਸੀ ਵੀ ਵਿਕਟਿਮ ਨੇ। ਬਿਲਕੁਲ। ਤਾਂ ਫਿਰ ਵੀ ਕਰਦੇ ਨਹੀਂ ਕੁਝ। ਬਿਲਕੁਲ ਵਿਕਟਿਮ ਹੈ, ਤੇ ਬਿਲਕੁਲ ਆਵਾਜ਼ ਉਠਾਉਣੀ ਚਾਹੀਦੀ ਹੈ। ਤੇ ਜਦੋਂ ਇਹ ਸੱਤਾ ਦੇ ਵਿੱਚ ਆ ਜਾਂਦੇ ਆ ਤਾਂ ਫਿਰ ਇਹ ਭੁੱਲ ਜਾਂਦੇ ਆ, ਫਿਰ ਉਹ ਦੂਜਿਆਂ ਨੇ ਵਿਕਟਿਮ ਬਣਾ ਦਿੰਦੇ ਆ।
ਉਹ ਫਿਰ ਹੁਣ ਸੁਖਬੀਰ ਬਾਦਲ ਜੀ ਕਹਿੰਦੇ ਆ ਨਾ ਵੀ ਜੇ ਅਸੀਂ ਆ ਗਏ ਫਲਾਣੇ ਨੂੰ ਖੁੱਡੇ ਲੈਣ ਲਾ ਦਾਂਗੇ, ਫਲਾਣੇ ਨੂੰ ਇਦਾਂ ਕਰ ਦਾਂਗੇ, ਤਾਂ ਫਿਰ ਇਹ ਦੂਜਿਆਂ ਨੂੰ ਵਿਕਟਿਮ ਬਣਾਉਣ ਲੱਗ ਜਾਣਗੇ, ਪਰ ਸੁਧਾਰ ਨਹੀਂ ਕਰਨਾ ਇਹਨਾਂ ਨੇ। ਉਹ ਰਿਟੈਲੀਏਸ਼ਨ ਵਾਲਾ ਐਟੀਟਿਊਡ ਹੈ ਜੀ, ਮਤਲਬ ਸੁਧਾਰ ਵਾਲਾ ਨਹੀਂ ਹੈਗਾ, ਸੁਧਾਰ ਵਾਲਾ ਨਹੀਂ ਹੈ ਜੀ। ਇਹ ਹੋਣਾ ਸੁਧਾਰ ਵਾਲਾ ਚਾਹੀਦਾ ਜੀ 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 ਜੀ। ਉਹ ਇਹ ਵੀ ਸਾਡੀ ਵਾਰੀ ਆਊਗੀ ਤਾਂ ਅਸੀਂ ਦੇਖਾਂਗੇ, ਸਾਡੀ ਵਾਰੀ ਆਊਗੀ ਤਾਂ ਅਸੀਂ ਦੇਖਾਂਗੇ। ਜੀ 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 ਜੀ। ਹਾਂਜੀ, ਉਹ ਜਿਵੇਂ ਇਹਦੇ ਵਿੱਚ ਹੁਣ ਉਹ ਮਨਪ੍ਰੀਤ ਸਿੰਘ ਬਾਦਲ ਸਾਹਿਬ ਕਿਹਾ ਕਰਦੇ ਸੀ ਜੀ ਵੀ ਮੈਚ ਫਿਕਸਿੰਗ ਵਾਲੀ ਗੱਲ, ਜੀ ਜੀ ਜੀ, ਥੋੜੀ ਇਹ ਕੁਛ ਉਹਨਾਂ ਨਾਲ ਰਿਲੇਟ ਕੀ ਗੱਲ ਕਰਦੀ ਹੈ ਵੀ ਇਹ ਠੀਕ ਹੈ, ਤੁਹਾਡੀ ਗੱਲ ਠੀਕ ਹੈ ਕਿ ਇਹਨਾਂ ਨੂੰ ਚਾਹੀਦਾ ਹੈ ਕਿ ਇਹਦਾ ਹੱਲ ਕਰਨ ਪਰਮਾਨੈਂਟਲੀ ਸਾਰੀਆਂ ਪਾਰਟੀਆਂ ਬੈਠ ਕੇ ਹੱਲ ਕਰਨ ਕਿ ਹੋਣੀ ਨਾ ਜੀ, ਨਾ ਉਹ ਤੰਗ ਹੋਣ ਨਾ ਉਹ ਤੰਗ ਹੋਣ, ਨਾ ਪਬਲਿਕ ਤੰਗ ਹੋਵੇ। ਇਹ ਤਾਂ ਫਿਰ ਆਪਣਾ ਮਾੜਾ ਮੋਟਾ ਆਪਣੇ ਆਪ ਨੂੰ ਸੈਟੀਸਫਾਈ ਕਰ ਲੈਂਦੇ ਨੇ ਇੱਕ ਦੂਜੇ ਦੇ ਖਿਲਾਫ ਪਰਚੇ ਕਰਾ ਕੇ। ਪਬਲਿਕ ਕੀ ਕਰੇ? ਇਹ ਬੜੀ ਵਧੀਆ ਗੱਲ ਹੈ। ਪਬਲਿਕ ਕੀ ਕਰੇ? ਉਹ ਤਾਂ ਭੜਾਸ ਕੱਢ ਲੈਂਦੇ ਆ ਸੱਤਾ ਦੇ ਵਿੱਚ ਆ ਕੇ, ਪਰ ਬੰਦਾ ਤਾਂ ਕਾਂਗਰਸ ਦੇ ਟਾਈਮ ਵੀ ਪਿਸ ਰਿਹਾ ਹੁੰਦਾ, ਆਮ ਬੰਦਾ ਦੇ ਅਕਾਲੀਆਂ ਦੇ ਟਾਈਮ ਵੀ, ਤਾਂ ਜਿਹੜੀ ਮਰਜ਼ੀ ਸਰਕਾਰ ਆ ਜਾਏ ਤਾਂ ਉਹਦੇ ਟਾਈਮ ਵੀ ਇਹ ਪਿਸ ਰਿਹਾ ਹੁੰਦਾ। ਤੇ ਸਰਦਾਰ ਸਾਹਿਬ ਤੁਸੀਂ ਬੜੀ ਵੱਡਮੁੱਲੀ ਜਾਣਕਾਰੀ ਦਿੱਤੀ ਆ, ਤੇ ਇਹ ਜਾਣਕਾਰੀ ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਕਿਸ ਕਿਸਮ ਨਾਲ ਇਹ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਔਰ ਆਮ ਲੋਕਾਂ ਨਾਲ ਹੀ ਰਹੀ ਹੈ। ਤਗੜਾ ਬੰਦਾ ਤਾਂ ਕਿਤੇ ਨਾ ਕਿਤੇ ਇਨਸਾਫ ਲੈ ਹੀ ਜਾਂਦਾ ਆ। ਤਾਂ ਤੁਸੀਂ ਦੇਖਿਆ ਹੀ ਹੋਣਾ ਪਿੱਛੇ ਜੇ ਇੱਕ ਲੁਧਿਆਣੇ ਦਾ ਮੁੰਡਾ ਹਰਜੀਤ ਸਿੰਘ, ਉਹਨੂੰ ਮਾਰ ਦਿੱਤਾ ਗਿਆ, ਤੇ ਉਹਦੇ ਕਾਤਲਾਂ ਨੂੰ ਕੁਝ ਟਾਈਮ ਬਾਅਦ ਹੀ ਸੁਖਬੀਰ ਬਾਦਲ ਜੀ ਕਹਿੰਦੇ ਹੈਗੇ ਅਮਰਿੰਦਰ ਨੇ ਮਾਫ ਕਰਾਤੀ, ਤੇ ਅਮਰਿੰਦਰ ਜੀ ਕਹਿੰਦੇ ਹੈਗੇ ਅਕਾਲੀਆਂ ਦੇ ਟਾਈਮ ਹੋਈ ਤਾਂ। ਪਰ ਖੈਰ ਮਸਲਾ ਤਾਂ ਇਹੀ ਆ ਵੀ ਕਾਤਲਾਂ ਨੂੰ ਮਾਫੀ ਦੇ ਦਿੱਤੀ ਗਵਰਨਰ ਦੇ ਰਾਹੀਂ ਗਈ ਆ, ਤੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਸਾਲ ਮੁਕੱਦਮਾ ਲੜਿਆ, ਉਹ ਗਰੀਬ ਮਾਪਿਆਂ ਨੂੰ ਜਿਹੜਾ ਇਨਸਾਫ ਦਾ ਚੰਗੀ ਤਰ੍ਹਾਂ ਸਵਾਦ ਵੀ ਨਹੀਂ ਲੈਣ ਦਿੱਤਾ ਗਿਆ ਵੀ ਅਸੀਂ ਇਨਸਾਫ ਦਾ ਕੁਝ ਟਾਈਮ ਇੰਜੋਏ ਵੀ ਕਰ ਲਈਏ। ਇਹ ਧੱਕਾ ਲੋਕਾਂ ਨਾਲ ਹੋ ਰਿਹਾ। ਸੋ ਆਪਣੇ ਆਪਣੇ ਪੱਧਰ ਦੇ ਲੋਕਾਂ ਨੂੰ, ਪਬਲਿਕ ਨੂੰ ਦਬਾਅ ਬਣਾਉਣਾ ਚਾਹੀਦਾ, ਖਾਸ ਕਰਕੇ MLAs ਦੇ ਉੱਪਰ, MPs ਦੇ ਉੱਪਰ, ਵੀ ਜਿਹੜੀ ਇਹ ਝੂਠੀਆਂ FIRs ਹੋ ਰਹੀਆਂ ਨੇ, ਜਿਹੜੇ ਬੰਦੇ FIRs ਕਰਦੇ ਆ ਉਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ, ਤਾਂ ਕਰਕੇ ਕਿਸੇ ਵੀ ਬੰਦੇ ਨਾਲ, ਚਾਹੇ ਉਹ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਆਮ ਬੰਦਾ ਆ, ਬਿਲਕੁਲ ਠੀਕ ਹੈ, ਉਹਦੇ ਨਾਲ ਇਹ ਨਾ ਇਨਸਾਫੀ ਨਾ ਹੋਵੇ। ਅਸੀਂ ਇਕੱਲੀ ਉਹ ਨਹੀਂ ਗੱਲ ਕਰਦੇ। ਅੱਜ ਅਕਾਲੀ ਦਲ ਵਾਲੇ ਬੜਾ ਰੌਲਾ ਪਾ ਰਹੇ ਵੀ ਸਾਡੇ ਨਾਲ ਧੱਕਾ ਹੋ ਰਿਹਾ, ਸਾਨੂੰ ਬਹੁਤ ਕੁਝ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਸੱਤਾ ਦੇ ਵਿੱਚ, ਤਾਂ ਇਹ ਕਿਸੇ ਨਾਲ ਵੀ ਨਾ ਹੋਵੇ। ਪਰ ਇਹ ਨਾ ਇਨਸਾਫੀ ਦੇ ਵਿੱਚ ਮਰ ਹਮੇਸ਼ਾ ਜਨਤਾ ਹੀ ਰਹੀ ਆ, ਭਾਵੇਂ ਕਿਸੇ ਦੀ ਸਰਕਾਰ ਆ ਜੇ। ਤੇ ਇਹ ਹੁਣ ਜਨਤਾ ਦੇਖੇ, ਦਬਾਅ ਬਣਾਵੇ, ਸ਼ਰਾਬ ਦੀਆਂ ਬੋਤਲਾਂ ਦੇ ਉੱਪਰ ਵਿਕ ਕੇ ਤੇ ਵੋਟਾਂ ਨਾ ਪਾਓ। ਤੁਸੀਂ ਘੱਟੋ ਘੱਟ ਆਪਣੇ ਅਧਿਕਾਰ ਲਓ, ਰਿਟਨਲੀ ਦਿਓ ਵੀ ਆਪਣੇ MLA ਦੇ ਕੋਲੋਂ, ਜਿਹੜਾ ਵੀ ਬੰਦਾ ਤੁਹਾਡੇ ਕੋਲ ਵੋਟ ਲੈਣ ਆਉਂਦਾ, ਵੀ ਜੇ ਜਿੱਤੋਗੇ ਤਾਂ ਸਾਨੂੰ ਰਿਟਨਲੀ ਦੇ ਕੇ ਜਾਓ ਵੀ ਅਸੀਂ ਤੁਹਾਡੇ ਆਹ ਮੁੱਦੇ ਹੱਲ ਕਰਕੇ ਦੇਵਾਂਗੇ। ਸ਼ਰਾਬ ਦੀਆਂ ਬੋਤਲਾਂ, ਸ਼ਰਾਬ ਤਾਂ ਤੁਸੀਂ ਜਾਲੀ ਪੀ ਲੈਣੀ ਆ, ਨਕਲੀ ਪੀ ਕੇ ਤੁਸੀਂ ਮਰਨਾ ਵੀ ਆ, ਤੇ ਸ਼ਰਾਬ ਪੀ ਕੇ ਵੀ ਤੁਸੀਂ ਮਰਨਾ ਆ, ਤੇ ਇਦਾਂ ਜੇ ਕੋਈ ਮੰਗ ਉਠਾਓਗੇ ਤਾਂ ਤੁਸੀਂ ਤਾਂ ਵੀ ਮਰਨਾ ਹੈ। ਝੂਠੇ ਪਰਚੇ ਦੇ ਕੇ ਤੁਹਾਨੂੰ ਚੁੱਪ ਵੀ ਕਰਾ ਦਿੱਤਾ ਜਾਣਾ ਆ। ਸੋ ਇਹ ਸਿਲਸਿਲਾ ਬੰਦ ਹੋਣਾ ਚਾਹੀਦਾ। ਡਿਸਕ੍ਰਿਮੀਨੇਸ਼ਨ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ, ਭਾਵੇਂ ਆਮ ਸਿਵਿਲੀਅਨ ਆ, ਭਾਵੇਂ ਕੋਈ ਪੁਲਿਸ ਅਧਿਕਾਰੀ। ਕਈ ਪੁਲਿਸ ਅਫਸਰ ਵੀ ਫਸ ਜਾਂਦੇ ਆ। ਇੱਕ ਹੁਣ ਪਿੱਛੇ ਜਿਹੇ ਇੱਕ ਲੇਡੀ ਆਫਿਸਰ ਨੇ ਕਿਸੇ ਬਾਹਰਲੀ ਸਟੇਟ ਦੇ ਵਿੱਚ ਛਾਪੇਮਾਰੀ ਕੀਤੀ, ਕਿਸੇ ਮੁੱਖ ਮੰਤਰੀ ਦੇ ਨੇੜੇ ਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਡਰੱਗ ਐਡਿਕਟ, ਉਹਦੇ ਨਸ਼ਾ ਵੇਚਣ ਦੇ ਸਬੰਧ ਦੇ ਵਿੱਚ। ਤੇ ਉਹੀ ਲੇਡੀ ਪੁਲਿਸ ਅਫਸਰ, ਛਾਪੇ ਮਾਰਨ ਵਾਲੀ, ਨਸ਼ਿਆਂ ਦਾ ਭਾਂਡਾ ਭੰਨਣ ਵਾਲੀ, ਉਹੀ ਲੇਡੀ ਅੱਜ ਖੱਜਲ ਖਵਾਰ ਹੋ ਰਹੀ ਆ। ਅਸੀਂ ਕਹਿੰਦੇ ਵੀ ਉਹਦੇ ਨਾਲ ਵੀ ਨਾ ਇਨਸਾਫੀ ਨਾ ਹੋਵੇ, ਪਰ ਇਹ ਨਾ ਇਨਸਾਫੀ ਤਾਂ ਹੁੰਦੀ ਪੁਲਿਸ ਦੇ ਥਰੂ ਹੀ ਆ। ਜੇ ਪੁਲਿਸ ਅਫਸਰ ਵੀ ਸਟੈਂਡ ਲੈ ਜਾਣ ਵੀ ਅਸੀਂ ਧੱਕੇਸ਼ਾਹੀ ਨਹੀਂ ਕਰਨੀ, ਝੂਠੀ FIR ਨਹੀਂ ਕਰਨੀ, ਤਾਂ ਵੀ ਠੱਲ ਪੈ ਸਕਦੀ ਆ। ਅਦਰਵਾਈਜ਼ ਇਹਦਾ ਪਰਮਾਨੈਂਟ ਸੋਲਿਊਸ਼ਨ ਰਾਜਨੀਤੀ ਨੂੰ ਕਰਨਾ ਹੀ ਪਏਗਾ। ਅੱਜ ਕਰ ਲੈਣ, ਸਾਲ ਬਾਅਦ ਕਰ ਲੈਣ, ਤੇ ਭਾਵੇਂ 50 ਸਾਲ ਬਾਅਦ ਕਰ ਲੈਣ, ਪਰ ਇੰਨੀ ਦੇਰ ਨੂੰ ਨਾ ਕਰਨ ਕਿ ਜਦੋਂ ਬਹੁਤ ਜ਼ਿਆਦਾ ਦੇਰ ਹੋ ਜੇ, ਜਲੂਸ ਕਢਵਾ ਕੇ, ਬੇਇੱਜ਼ਤੀ ਕਰਵਾ ਕੇ, ਤੇ ਚਾਰੇ ਪਾਸੇ ਪਤਾ ਨਹੀਂ ਕਿੰਨਾ ਨੁਕਸਾਨ ਕਰਵਾ ਕੇ ਜ਼ਿਆਦਾ ਦੇਰ ਕਰਕੇ ਸੁਧਾਰ ਨਾ ਕਰਨ। ਤੇ ਕੁਲਦੀਪ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ, ਸਾਬਕਾ ਤਹਿਸੀਲਦਾਰ ਨੇ। ਇਹਨਾਂ ਨੇ ਬੜਾ ਕੁਝ ਦੇਖਿਆ, ਹੰਡਾਇਆ, ਤੇ ਬਹੁਤ ਤਜਰਬੇ ਨੇ ਇਹਨਾਂ ਦੇ। ਅੱਗੇ ਤਜਰਬੇ ਇਹਨਾਂ ਦੇ ਤੁਹਾਡੇ ਨਾਲ ਸਾਂਝੇ ਵੀ ਕਰਾਂਗੇ ਵੀ ਕਿਸ ਕਿਸਮ ਦਾ ਭ੍ਰਸ਼ਟਾਚਾਰ ਵੀ ਹੁੰਦਾ ਆ, ਤਾਂ ਅਸੀਂ ਕਵਾਂਗੇ ਵੀ ਉਹਦੇ ਬਾਰੇ ਵੀ ਥੋੜਾ ਖੁੱਲ੍ਹ ਕੇ ਬੋਲਣ, ਤੇ ਉਹ ਪਰਤਾਂ ਅਸੀਂ ਆਉਣ ਵਾਲੇ ਸਮੇਂ 'ਚ ਉਘੇੜਾਂਗੇ। ਤੇ ਕੁਲਦੀਪ ਜੀ ਤੁਹਾਡਾ ਅਖੀਰ ਦੇ ਵਿੱਚ ਬਹੁਤ ਬਹੁਤ ਧੰਨਵਾਦ, ਤੇ ਦਰਸ਼ਕੋ ਸਾਨੂੰ ਵੀ ਦਿਓ ਇਜਾਜ਼ਤ। ਧੰਨਵਾਦ।